ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਪਿੰਗਲ ਮਜਨ ਜਾਏ ਕਰਿਓ, ਭਇਓ ਸਰੀਰ ਆਰੋਗ। ਬਿਸਮਤ ਬੁੱਧ ਮੈਂ ਦੇਖ ਫਲ, ਕਰ ਆਨੰਦ ਹਰ ਸੋਗ। ਪਿੰਗਲ ਮਜਨ ਜਾਏ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਭਗਤ ਵਛਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾ ਕਮਲਾਂ ਵਿਖੇ ਸੋਭਨੀਕ ਪਰਮ ਸਨਮਾਨਯੋਗ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਅਤਿਅੰਤ ਵੱਡੇ ਭਾਗ ਸਾਡੇ ਗਰੀਬਾਂ ਦੇ ਕਲਯੁਗੀ ਜੀਵਾਂ ਦੇ ਜਾਗੇ ਨੇ, ਜੋ ਮਹਾਰਾਜ ਨੇ ਬੜੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸੰਤ ਸਿਪਾਹੀ ਹੋ ਕੇ ਭਗਤੀ ਦੀ ਸ਼ਕਤੀ ਨੂੰ ਜਗਤ ਅੰਦਰ ਪ੍ਰਗਟ ਕੀਤਾ ਹੈ। ਐਸੇ ਮਹਾਂਪੁਰਖਾਂ ਦੇ ਅਸਥਾਨ 'ਤੇ ਜੁੜਨ ਦਾ, ਸਤ ਸੰਗਤ ਮਾਨਣ ਦਾ, ਸਰੀਰ ਕਰਕੇ ਜਿੱਥੇ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਉੱਥੇ ਨਾਲ ਦੀ ਨਾਲ ਇਹ ਬੇਨਤੀ ਕਰੀਏ, ਭਾਵੇਂ ਆਪ ਇਸ ਅਸਥਾਨ ਵਿਖੇ ਜੁੜ ਕੇ ਤੇ ਭਾਵੇਂ ਕੋਈ ਘਰਾਂ ਵਿੱਚ ਬੈਠ ਕੇ ਇੰਟਰਨੈਟ ਜਾਂ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਇਹ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ, ਸਤਿਗੁਰਾਂ ਦੀ ਕਥਾ ਸੁਣਦਾ ਪਿਆ ਹੈ। ਬੇਨਤੀ ਇਹ ਕਰੀਏ, ਦਾਤਾ ਕਿਰਪਾ ਕਰੋ ਤੇ ਤਨ ਦੇ ਨਾਲ ਨਾਲ ਮਨ ਕਰਕੇ ਵੀ ਸਾਡੀ ਹਾਜ਼ਰੀ ਆਪਣੇ ਦਰ ਤੇ ਲਵਾ ਲਓ। ਲੜੀਵਾਰ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਦਾ ਪ੍ਰਸੰਗ ਜਾਰੀ ਹੈ। ਕੱਲ 37ਵੇਂ ਅੰਸੂ ਵਿੱਚ ਕਥਾ ਸੁਣ ਰਹੇ ਸਾਂ। ਦੂਸਰੀ ਰਾਸ ਵਿੱਚ ਕਵੀ ਜੀ ਭਾਈ ਸੰਤੋਖ ਸਿੰਘ ਜੀ ਪਿੱਛੇ ਸੰਤੋਖ ਸਰ ਜੀ ਦੀ ਸੇਵਾ ਦੀ ਸਾਖੀ ਸੁਣਾ ਆਏ ਨੇ, ਤੇ ਹੁਣ ਸ੍ਰੀ ਅੰਮ੍ਰਿਤਸਰ ਜੀ ਦੇ ਸਰੋਵਰ ਦੇ ਕਾਰ ਸੇਵਾ ਦੇ ਮੁੜ ਆਰੰਭ ਹੋਣ ਦੀ ਸਾਖੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਇਹ ਸਾਖੀ ਜੁੜ ਜਾਂਦੀ ਹੈ ਪੱਟੀ ਦੇ ਹਾਕਮ ਦੁਨੀ ਚੰਦ ਦੀ ਧੀ ਬੀਬੀ ਰਜਨੀ ਦੇ ਨਾਲ, ਜੋ ਪ੍ਰੇਮਾ ਭਾਵਨੀ ਸਹਿਤ ਸਤਿਗੁਰਾਂ ਦੀ ਬਾਣੀ, ਭਗਤਾਂ ਦੀ ਬਾਣੀ ਦੇ ਨਾਲ ਉਹ ਬਹੁਤ ਮਨ ਕਰਕੇ, ਸੁਰਤ ਕਰਕੇ, ਇਕਾਗਰ ਹੋ ਕੇ ਜੁੜ ਗਈ। ਉਹਨੂੰ ਦੁਨੀਆਦਾਰੀ ਵਾਲੇ ਲੋਭ, ਲਾਲਚ, ਹੰਕਾਰ ਇਤਿਆਦਿਕ ਸਭ ਵਿਸਰ ਗਏ। ਚੇਤੇ ਰਹਿ ਗਿਆ ਇੱਕ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਭਰੋਸਾ, ਸਿਦਕ। ਵਾਰਤਾ ਇਹ ਚੱਲੀ ਕਿ ਹੰਕਾਰੀ ਪਿਓ ਦੇ ਅੱਗੇ ਬਾਕੀ ਧੀਆਂ ਕਹਿੰਦੀਆਂ ਨੇ, ਬਾਪੂ ਤੇਰਾ ਦਿੱਤਾ ਖਾਨੀਆਂ। ਇਹ ਛੋਟੀ ਧੀ ਕੋਈ ਆਕੜ ਨਾਲ ਨਹੀਂ, ਹੰਕਾਰ ਨਾਲ ਨਹੀਂ, ਬਲਕਿ ਪ੍ਰੇਮ ਨਾਲ, ਭਰੋਸੇ ਨਾਲ ਸਮਝਾਵਣੀ ਦੇਣ ਲੱਗੀ ਹੈ ਆਪਣੇ ਬਾਪ ਨੂੰ, ਆਪਣੀਆਂ ਭੈਣਾਂ ਨੂੰ, ਕਿ ਸਾਰਿਆਂ ਦਾ ਰਿਜ਼ਕ ਦਾਤਾ ਵਾਹਿਗੁਰੂ ਹੈ, ਸਭ ਨੂੰ ਰੋਜੀ ਦੇਣ ਵਾਲਾ ਪਰਮਾਤਮਾ ਹੈ। ਕੌਣ ਬੰਦਾ ਕਿਸੇ ਨੂੰ ਖਵਾ ਸਕਦਾ ਜੀ? ਕੋਈ ਕਿਸੇ ਨੂੰ ਨਹੀਂ ਖਵਾ ਸਕਦਾ, ਸਭ ਮਾਲਕ ਦਾ ਦਿੱਤਾ ਖਾਂਦੇ ਨੇ। ਇਹਦੇ ਤੋਂ ਕ੍ਰੋਧ ਵਿੱਚ ਆ ਕੇ ਜ਼ਾਲਮ ਪਿਓ ਨੇ ਕਿਹਾ ਆਪਣੀ ਬਰਾਦਰੀ ਦਾ, ਇੱਥੇ ਆਪਣੇ ਸ਼ਹਿਰ ਵਿੱਚ ਇੱਕ ਗਰੀਬ ਪਰਿਵਾਰ ਦਾ ਬੱਚਾ ਕੋੜਾ, ਜੇ ਮੈਂ ਤੈਨੂੰ ਉਹਦੇ ਨਾਲ ਵਿਆਹ ਦਿਆਂ ਤੇ ਤੇਰਾ ਰੱਬ ਤੇਰੇ ਭਾਗ ਤੈਨੂੰ ਕੀ ਦੇਗਾ? ਫਿਰ ਆਖਣ ਲੱਗੀ, ਪਿਤਾ ਜੀ ਜੋ ਭਾਗਾਂ ਵਿੱਚ ਹੈ ਉਹ ਮਿਲਣਾ ਹੀ ਹੈ। ਹੰਕਾਰੀ ਨੇ
ਹੰਕਾਰ ਵਸ ਆਪਣੀ ਇਸ ਧੀ ਨੂੰ ਕੋੜੇ ਦੇ ਲੜ ਲਾ ਦਿੱਤਾ, ਵਿਆਹ ਦਿੱਤਾ। ਧੀ ਨੇ ਅੱਗੋਂ ਸੋਗ ਨਾ ਮਨਾਇਆ, ਰੋਈ ਨਾ ਹੀ ਵਿਰੋਧ ਕੀਤਾ, ਸਿਦਕ ਦੇ ਉੱਤੇ ਪੂਰੀ ਖਰੀ ਉਤਰੀ। ਪਿਤਾ ਜੀ, ਜੋ ਮੇਰੇ ਭਾਗਾਂ ਵਿੱਚ ਹੈ ਉਹ ਮਿਲ ਕੇ ਰਹਿਣਾ, ਜੋ ਮੇਰੇ ਭਾਗਾਂ ਵਿੱਚ ਨਹੀਂ ਉਹ ਕਦੇ ਵੀ ਨਹੀਂ ਮਿਲਣਾ। ਜਿਹੜੇ ਦੁੱਖ ਭੋਗਣੇ ਨੇ ਭੋਗਣੇ ਹੀ ਪੈਣਗੇ, ਜਿਹੜੇ ਸੁੱਖ ਮਿਲਣੇ ਨੇ ਉਹ ਵੀ ਮਿਲ ਹੀ ਜਾਣੇ ਨੇ। ਇਹ ਅੱਤ ਦੇ ਦਰਿਦਰ ਘਰ ਵਿੱਚ, ਦੁਖੀ ਘਰ ਵਿੱਚ ਵਿਆਹੀ ਅੰਮ੍ਰਿਤਸਰ ਜੀ ਵਿਖੇ ਆ ਗਈ। ਕੱਲ ਆਪਾਂ ਵਿਚਾਰਾਂ ਕੀਤੀਆਂ ਸੀ, ਖੰਡਨ ਮੰਨਣ ਵੱਲ ਨਹੀਂ ਜਾਣਾ, ਕੇਵਲ ਬੇਨਤੀ ਕਰਾਂ ਕਿ ਇਹ ਆ ਗਈ ਹੈ ਸ੍ਰੀ ਅੰਮ੍ਰਿਤਸਰ ਜੀ ਦੀ ਧਰਤੀ ਤੇ। ਉਦੋਂ ਜਿੱਥੇ ਸ੍ਰੀ ਅੰਮ੍ਰਿਤਸਰ ਸਰੋਵਰ ਹੈ ਨਾ, ਦਰਬਾਰ ਸਾਹਿਬ ਹੈ, ਇਹ ਅਜੇ ਗੁਰੂ ਰਾਮਦਾਸ ਜੀ ਦਾ ਪਟਵਾਇਆ ਹੋਇਆ ਛੋਟਾ ਜਿਹਾ ਸਰੋਵਰ ਹੈ, ਅਜੇ ਪੂਰਾ ਨਹੀਂ ਸੇਵਾ ਹੋਈ, ਤੇ ਇਹ ਪੱਕਾ ਵੀ ਨਹੀਂ ਹੋਇਆ, ਤੇ ਰੌਣਕ ਵੀ ਅਜੇ ਨਹੀਂ ਲੱਗੀ। ਰੌਣਕ ਹੈ ਸੰਤੋਖਸਰ ਸਾਹਿਬ, ਉੱਥੇ ਸੇਵਾ ਚੱਲ ਰਹੀ ਹੈ। ਤੇ ਥੋੜੇ ਦਿਨ ਪਹਿਲਾਂ ਉੱਥੇ ਥੱਲਿਓਂ ਇੱਕ ਮੱਠ ਨਿਕਲਿਆ ਹੈ, ਜਿਹਦੇ ਵਿੱਚ ਜੋਗੀ ਨਿਕਲਿਆ। ਹੁਣ ਬੀਬੀ ਰਜਨੀ ਕਵੀ ਜੀ ਪਿੱਛੇ ਜ਼ਿਕਰ ਕਰ ਆਏ ਨੇ, ਗੁਰੂ ਕੇ ਲੰਗਰ ਵਿੱਚੋਂ ਭੋਜਨ ਆਪ ਛਕਿਆ ਤੇ ਪਤੀ ਲਈ ਲੈ ਆਉਂਦੀ। ਪਤੀ ਨੂੰ ਪਿੱਛੇ ਇਸ ਸਰੋਵਰ ਦੇ ਕਿਨਾਰੇ ਜਿੱਥੇ ਦੁੱਖ ਭੰਜਣੀ ਮੇਰੀ ਹੈ, ਇੱਥੇ ਬਿਠਾ ਦਿੰਦੀ ਹੈ ਤੇ ਆਪ ਉਹ ਸੇਵਾ ਵਿੱਚ ਲੱਗਦੀ ਹੈ। ਇਸ ਤਰ੍ਹਾਂ ਜਿਸ ਵੇਲੇ ਬੀਬੀ ਰਜਨੀ ਸੇਵਾ ਵਿੱਚ ਹੈ, ਵਿਸਾਖੀ ਦਾ ਦਿਹਾੜਾ ਸੀ, ਉਸ ਦਿਨ ਜੋੜ ਮੇਲਾ ਬੜਾ ਭਾਰਾ ਲੱਗਾ ਹੋਇਆ ਹੈ। ਇਹਨੇ ਤਰਲੇ ਲਏ ਨੇ, ਇਹਦੇ ਪਤੀ ਨੇ ਕੋੜੇ ਨੇ। ਕਈ ਵਿਚਾਰਾਂ ਮਨ ਵਿੱਚ ਆਉਂਦੀਆਂ ਹੋਣਗੀਆਂ, ਹੇ ਵਾਹਿਗੁਰੂ, ਮੇਰੀ ਵਜ੍ਹਾ ਦੇ ਨਾਲ ਇਹ ਵਿਚਾਰੀ ਗਰੀਬਣੀ ਦੁੱਖ ਭੋਗ ਰਹੀ ਹੈ, ਮੇਰੀ ਵਜ੍ਹਾ ਦੇ ਨਾਲ ਇਹਦੀ ਜ਼ਿੰਦਗੀ ਨਰਕ ਬਣ ਗਈ ਹੈ। ਤਰਲੇ ਲਏ ਤੇ ਵਾਹਿਗੁਰੂ ਦੀ ਕਿਰਪਾ ਹੋਈ, ਉਸ ਤਾਲ ਦੇ ਵਿੱਚੋਂ ਕਾਲੇ ਕਾਂ ਆ ਕੇ ਹੰਸ ਬੰਦੇ ਨੂੰ ਦਿਖਾਈ ਦਿੱਤੇ। ਹੁਣ ਉਹਦਾ ਇੱਕ ਭਾਵ ਅਰਥ ਹੈ, ਉਹਨੂੰ ਆਵਾਜ਼ ਪਈ ਹੈ, ਉਹਨੂੰ ਸੱਦਾ ਪਿਆ ਹੈ। ਇਸ ਤਰ੍ਹਾਂ ਬੜੇ ਯਤਨ ਕਰਕੇ ਸਰੋਵਰ ਦੇ ਵਿੱਚ ਜਾ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਰਾਜੀ ਹੋ ਗਿਆ। ਰਾਜੀ ਹੋਏ ਨੂੰ ਆਣ ਬੀਬੀ ਰਜਨੀ ਨੇ ਵੇਖਿਆ, ਪਛਾਣਿਆ ਨਾ ਜਾਵੇ, ਇਹ ਉਹ ਪਤੀ ਨਹੀਂ ਹੋ ਸਕਦਾ। ਇੱਕ ਵਾਰ ਤਾਂ ਦੁਖੀ ਹੋਈ ਰੋ ਪਈ ਹੈ, ਸ਼ਾਇਦ ਕਿਸੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਜ਼ਾਲਮ ਆਪ ਆਣ ਕੇ ਬਹਿ ਗਿਆ। ਉਹ ਬੜਾ ਯਕੀਨ ਦਿਵਾਵੇ ਪਰ ਕਿੱਥੇ ਮੰਨਣ 'ਚ ਗੱਲ ਆਵੇ। ਜਿਸ ਵੇਲੇ ਇਹ ਝਗੜਾ ਵਧਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਪਹੁੰਚਿਆ ਹੈ। ਹੁਣ ਮੇਰੇ ਦਾਤਾ ਜੀ ਕੀ ਕਿਰਪਾ ਕਰਦੇ ਨੇ, ਆਓ ਬੜੇ ਪ੍ਰੇਮ ਦੇ ਸਹਿਤ ਅਗਲੀ ਕਥਾ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਸੁਣੀਏ। ਸਭ ਮਾਈ ਭਾਈ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿੰਗਲ ਮੱਜਨ ਜਬ ਕਰਿਓ, ਭਇਓ ਸਰੀਰ ਆਰੋਗ। ਜਿਸ ਵੇਲੇ ਪਿੰਗਲੇ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਇਹਦੇ ਤਨ ਦੇ ਸਾਰੇ ਦੁੱਖ ਦੂਰ ਹੋ ਗਏ, ਸਾਰੇ ਕਲੇਸ਼ ਨਾਸ ਹੋ ਗਏ। ਕਿਉਂਕਿ ਇਹ ਇਸ਼ਨਾਨ ਕੇਵਲ ਤਨ ਕਰਕੇ ਨਹੀਂ, ਇਹ ਮਨ ਕਰਕੇ ਵਧੇਰੇ ਹੈ। ਉਹਨੇ ਆਪਣੇ ਅੰਦਰ ਦੇ ਅੰਤਰਗਤ ਤੀਰਥ ਮਲ ਨਹਾਓ ਤੇ ਵੀ ਇਸ਼ਨਾਨ ਕਰ ਲਿਆ ਤੇ ਬਾਹਰ ਮੁਖੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਕੀਤਾ। ਖਾਲਸਾ ਜੀ, ਗੁਰਮਤਿ ਨੇ ਮਨ ਦੇ ਇਸ਼ਨਾਨ ਨੂੰ ਪਹਿਲ ਦੇ ਕੇ ਕਿਹਾ, ਤੇਰੇ ਤਨ ਦਾ ਇਸ਼ਨਾਨ ਤਾਂ ਮੰਨਾਂਗੇ ਜੇ ਮਨ ਕਰਕੇ ਵੀ ਨਹਾਏਗਾ। ਮਨ ਕਰਕੇ ਤੂੰ ਨਹਾਵੇਂ ਨਾ ਤੇ ਕੱਲੇ ਤਨ ਦੇ ਇਸ਼ਨਾਨ ਨੂੰ ਗੁਰੂ ਨੇ ਬਰਕਤ ਨਹੀਂ ਪਾਉਣੀ। ਨਹਾਤਾ ਸੋ ਪ੍ਰਵਾਨ ਸੱਚ ਕਮਾਈ ਹੈ। ਤਨ ਦਾ ਇਸ਼ਨਾਨ ਤਾਂ ਤੇਰਾ ਫਲੀਭੂਤ ਹੋਵੇਗਾ ਜੇ ਮਨ ਕਰਕੇ ਵੀ ਨਹਾਵੇਂਗਾ। ਇਸ ਲਈ ਜਿੱਥੇ ਤਨ ਕਰਕੇ ਇਸ਼ਨਾਨ ਅਤੀ ਜ਼ਰੂਰੀ ਹੈ, ਉਹ ਤੇ ਮਨ ਦਾ ਇਸ਼ਨਾਨ ਉਹਦੇ ਨਾਲੋਂ ਵੀ ਬਹੁਤਾ ਜ਼ਿਆਦਾ ਜ਼ਰੂਰੀ ਹੈ। ਇਹ ਪਿੰਗਲਾ ਤਨ ਕਰਕੇ ਮਨ ਕਰਕੇ ਰਾਜੀ ਹੋ ਗਿਆ, ਨਰੋਗ ਹੋ ਗਿਆ ਜੀ। ਬਿਸਮਤ ਬੁੱਧ ਮੈਂ ਦੇਖ ਫਲ ਕਰ ਆਨੰਦ,
ਹਰ ਸੋਗ ਹਰ ਪ੍ਰਕਾਰ ਦੇ ਦੁੱਖ ਰੋਗ ਮਿਟ ਗਏ, ਆਨੰਦ ਹੀ ਆਨੰਦ ਛਾ ਗਿਆ। ਸਾਰੇ ਇਹਨੂੰ ਵੇਖ ਵੇਖ ਕੇ ਹੈਰਾਨ ਹੋਏ, ਇਹ ਉਹ ਪਿੰਗਲਾ ਹੈ ਜਿਹੜਾ ਕੱਲ ਤੱਕ ਟੋਕਰੀ ਵਿੱਚ ਖਾਰੀ ਵਿੱਚ ਪਾ ਕੇ ਇਹ ਬੀਬੀ ਵਿਚਾਰੀ ਚੁੱਕੀ ਫਿਰਦੇ ਸੀ। ਸਾਰੇ ਇਹਨੂੰ ਵੇਖ ਕੇ ਹੈਰਾਨ ਹੋਏ। ਇਹ ਖੁਦ ਵੀ ਬੜਾ ਹੈਰਾਨ ਹੈ ਵੀ ਕਰਾਮਾਤ ਵਰਤ ਗਈ, ਦਾਤੇ ਨੇ ਕਿਰਪਾ ਕਰਕੇ ਮੇਰੇ ਪਾਪ ਕੱਟ ਦਿੱਤੇ। ਚੌਪਈ ਮਨੋ ਪਾਨ ਅੰਮ੍ਰਿਤ ਕੋ ਕਰਿਓ। ਮਾਨੋ ਕਿ ਮੁਰਦੇ ਨੇ ਅੰਮ੍ਰਿਤ ਪੀ ਲਿਆ ਹੋਵੇ ਹਿਰਦੇ ਵਿੱਚ। ਜਰਾ ਆਦ ਰੁਜ ਸਭ ਪਰ ਹਾਰਿਓ। ਹਰ ਪ੍ਰਕਾਰ ਦੀ ਜਿਹੜੀ ਅੰਦਰ ਦੀ ਸਾਧ ਸੰਗਤ ਜੀ, ਉਹ ਜਿਹੜਾ ਅੰਦਰ ਬੈਠਾ ਹੋਇਆ ਸੀ ਨਾ, ਪਾਪ ਦਰਿਦਰ ਇਤਿਆਦਿਕ ਸਭ ਮਿਟ ਗਿਆ, ਮੁੱਕ ਗਿਆ। ਜਨ ਸਮਰੱਥ ਸੁਰ ਹੋਏ ਪਰਸੰਨ। ਇਸ ਪ੍ਰਕਾਰ ਉਹਦੀ ਜਿਹੜੀ ਦੇਹੀ ਹੈ ਨਾ, ਉਹ ਸੁਰ ਦੇਹੀ ਹੋ ਗਈ ਹੈ, ਦੇਵਤਿਆਂ ਵਾਲੀ ਦੇਹੀ ਹੋ ਗਈ ਹੈ, ਤੇ ਹਿਰਦਾ ਬੜਾ ਪ੍ਰਸੰਨ ਹੋ ਗਿਆ, ਅਤੀ ਪ੍ਰਸੰਨ ਹੋ ਗਿਆ ਹੈ ਜੀ। ਦੋਹਰਾ ਸ੍ਰੀ ਅਰਜਨ ਸਰਬੱਗ ਗੁਰ ਨੇਤਰ ਮੂੰਦ ਕੇ ਧਿਆਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਰਬੱਗ ਸਤਿਗੁਰੂ ਜਦੋਂ ਆਪ ਜੀ ਦੇ ਹਜੂਰ ਇਹ ਸਾਰਾ ਮਾਮਲਾ ਆਇਆ, ਨੇਤਰ ਮੁੰਦ ਕੇ ਮੇਰੇ ਦਾਤਾ ਜੀ ਧਿਆਨ ਵਿੱਚ ਟਿਕ ਗਏ। ਤਿਸ ਛਿਨ ਸ੍ਰੀ ਗੁਰ ਅਮਰ ਜੀ ਦਈ ਦਿਖਾਈ ਆਨ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਦੀਦਾਰ ਦਿੱਤੇ ਹਨ ਧਿਆਨ ਵਿੱਚ ਜੁੜਿਆ ਹੋਇਆਂ ਨੂੰ ਜੀ। ਚੌਪਈ ਧਿਆਨ ਤੇਰੇ ਔਰ ਮੈਂ ਗੁਰ ਆਏ। ਹਿਰਦੇ ਵਿੱਚ ਧਿਆਨ ਧਰਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਗੁਰੂ ਅਰਜਨ ਦੇਵ ਜੀ ਨੂੰ। ਸਕਲ ਬਾਤ ਕੋ ਭੇਵ ਜਨਾਏ। ਸਾਰੀ ਗੱਲ ਦਾ ਜਿਹੜਾ ਭੇਵ ਹੈ ਨਾ, ਉਹ ਜਣਾ ਦਿੱਤਾ, ਦੱਸ ਦਿੱਤਾ। ਇਹ ਨਰ ਸਾਚੀ ਭਾਖਤ ਬਾਤ। ਇਹ ਮਨੁੱਖ ਜਿਹੜੀ ਗੱਲ ਕਹਿੰਦਾ ਹੈ ਨਾ, ਮੈਂ ਉਤੇ ਟੋਬੇ ਵਿੱਚ ਇਸ਼ਨਾਨ ਕਰਕੇ, ਕਿਉਂਕਿ ਅਜੇ ਸਰੋਵਰ ਵਾਲਾ ਰੂਪ ਨਹੀਂ ਮਿਲਿਆ ਨਾ, ਤੋ ਸ਼ਬਦ ਵਰਤਿਆ ਟੋਬੇ ਵਿੱਚ ਇਸ਼ਨਾਨ ਕਰਕੇ ਰਾਜੀ ਹੋ ਗਿਆ। ਇਹ ਗੱਲ ਬਿਲਕੁਲ ਸੱਚੀ ਹੈ। ਜਬ ਸੋ ਨਿਆਤ ਤੇ ਤਬ ਸੰਕਰਾਂਤ। ਉਸ ਦਿਨ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ ਹੈ, ਸੰਗਰਾਂਦ ਹੈ, ਵਿਸਾਖੀ ਵਾਲਾ ਦਿਨ ਹੈ। ਹਮਨੇ ਪਿਤਾ ਤੁਮਾਰੋ ਪ੍ਰੇਰਾ। ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਸਾਂ ਪ੍ਰੇਰਿਆ ਸੀ। ਜਾਏ ਤਰਾਗ ਲਗਾਏ ਬਡੇਰਾ। ਜਾ ਕੇ ਸਰੋਵਰ ਲਾਉਣਾ ਕਰੋ, ਸਰੋਵਰ ਆਪ ਜੀ ਜਾ ਕੇ ਸੇਵਾ ਕਰਵਾਓ ਜੀ। ਤਬ ਇੱਕ ਤਾਲ ਤਾਹਾਂ ਖੁਨਵਾਵੋ। ਤਾਂ ਪਹਿਲਾਂ ਇੱਕ ਤਾਲ ਜਿਹੜਾ ਖੁਨਵਾਉਣਾ ਆਰੰਭ ਕਰ ਦਿੱਤਾ ਚੌਥੇ ਪਾਤਸ਼ਾਹ ਜੀ ਨੇ। ਜੈ ਏ ਕੁਸ਼ਟੀ ਨੀਰ ਨਹਾਇਓ। ਪਹਿਲਾਂ ਸ੍ਰੀ ਅੰਮ੍ਰਿਤਸਰ ਦਾ ਟੱਕ ਲੱਗਾ ਸੀ, ਸੰਤੋਖ ਸਰ ਦਾ ਟੱਕ ਮਗਰੋਂ ਲੱਗਾ ਸੀ, ਪਰ ਸੰਪੂਰਨਤਾ ਸੰਤੋਖ ਸਰ ਜੀ ਦੀ ਪਹਿਲਾਂ ਹੋ ਗਈ ਤੇ ਅੰਮ੍ਰਿਤਸਰ ਜੀ ਦੀ ਮਗਰੋਂ ਹੋ ਗਈ। ਫਿਰ ਪੱਕਾ ਪਹਿਲਾਂ ਸ੍ਰੀ ਅੰਮ੍ਰਿਤ ਸਰੋਵਰ ਹੋਇਆ ਹੈ ਤੇ ਸੰਤੋਖ ਸਰ ਬਾਅਦ ਵਿੱਚ ਪੱਕਾ ਹੋਇਆ ਹੈ। ਇਸ ਲਈ ਦੋਵਾਂ ਸਰੋਵਰਾਂ ਦੀ ਸੇਵਾ ਬਰਾਬਰ ਬਰਾਬਰ ਚੱਲਦੀ ਰਹੀ ਹੈ। ਉਹ ਜਿਹੜਾ ਪਹਿਲਾ ਸਰੋਵਰ ਸੀ ਨਾ, ਟੱਕ ਲੱਗਾ, ਜਿਹਨੂੰ ਬਾਅਦ ਵਿੱਚ ਨਾਮ ਸ੍ਰੀ ਅੰਮ੍ਰਿਤਸਰ ਜੀ ਦਿੱਤਾ ਜਾਣਾ ਹੈ, ਇੱਥੇ ਜਾ ਕੇ ਇਸ ਕੁਸ਼ਤੀ ਨੇ ਇਸ਼ਨਾਨ ਕੀਤਾ। ਤੁਮ ਤੋ ਉਚਿਤ ਹੈ ਇਸ ਕਾਲ। ਇਸ ਲਈ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਕਿ ਤੁਹਾਨੂੰ ਇਸ ਵੇਲੇ ਉਚਿਤ ਹੈ ਇਹ ਕਾਰਜ ਕਰਨਾ ਚਾਹੀਦਾ। ਕਰੋ ਲਗਾਮਨ ਤਾਲ ਬੇਸਾਲ। ਜਾ ਕੇ ਸੁੰਦਰ ਤਾਲ ਲਗਵਾਉਣਾ ਕਰੋ, ਉਸ ਤਾਲ ਦੀ ਸੇਵਾ ਮੁੜ ਆਰੰਭ ਦਿਓ। ਬਹੁਤ ਕਾਲ ਭਾ ਲਗ ਖੁਨਵਾਇਓ। ਬਹੁਤ ਸਮਾਂ ਲੱਗੇਗਾ ਤੇ ਬਹੁਤ ਮਸ਼ੱਕਤ ਲੱਗੇਗੀ ਇਸ ਤਾਲ ਦੀ ਸੇਵਾ ਕਰਵਾਉਂਦਿਆਂ। ਚੌਂ ਦਿਸ਼ ਤੇ ਜਲ ਢਰ ਤੇ ਆਇਓ। ਚਾਰ ਚਫੇਰੇ ਤੋਂ, ਕਿਉਂਕਿ ਜਲ ਇਹਦੇ ਵਿੱਚ ਢਲ ਢਲ ਕੇ ਪੈਂਦਾ ਰਿਹਾ ਸਰੋਵਰ ਵਿੱਚ। ਮ੍ਰਿਤਕਾ ਪਰੀ ਗਇਓ ਭਰ ਸੋਏ। ਤੇ ਮਿੱਟੀ ਪੈ ਪੈ ਕੇ ਜਦੋਂ ਮੀਂਹ ਦਾ ਪਾਣੀ ਆਉਣਾ ਤੇ ਨਾਲ ਮਿੱਟੀ ਵੀ ਆ ਜਾਣੀ ਘਲ ਕੇ, ਤੇ ਉਹ ਵਿੱਚ ਪੈ ਕੇ ਪਹਿਲਾ ਜਿੰਨਾ ਸੇਵਾ ਹੋਈ ਸੀ ਉਹ ਵੀ ਪੂਰਿਆ ਗਿਆ। ਚਿੰਨ ਪਵਾਨ ਮਾਤਰ ਤੈ ਹੋਏ। ਇਸ ਕਰਕੇ ਨਾ ਚਿੰਨ ਮਾਤਰ ਹੀ ਰਹਿ ਗਿਆ ਹੈ, ਨਿਸ਼ਾਨੀ ਜੀ ਰਹਿ ਗਈ ਹੈ।
ਸਰੋਵਰ ਨਹੀਂ ਨਜ਼ਰ ਆਉਂਦਾ। ਏਤ ਮਹਾਤਮ ਕੇ ਵਿਦਤਾ ਮਨ। ਇਹ ਜਿਹੜਾ ਕਾਰਜ ਹੋਇਆ ਨਾ ਕੋੜੇ ਦੇ ਰਾਜੀ ਹੋਣ ਵਾਲਾ, ਇਹ ਤੇ ਸਤਿਗੁਰਾਂ ਨੇ ਇੱਕ ਕੌਤਕ ਹੀ ਕੀਤਾ ਹੈ ਸਰੋਵਰ ਨੂੰ ਪ੍ਰਗਟ ਕਰਨ ਵਾਸਤੇ। ਨੈ ਕੀਨਸ ਸਭ ਵਿਖੈ ਜਨਾਮਨ। ਇਸ ਲਈ ਤਾਂ ਕਿ ਇਹ ਸਰੋਵਰ ਜਾਣਿਆ ਜਾਵੇ, ਸਭ ਦੀ ਸ਼ਰਧਾ ਬਣ ਜਾਵੇ, ਭਰੋਸਾ ਇਹਦੇ ਵਿੱਚ ਬਣ ਜਾਵੇ। ਅਬ ਮਹਿਮਾ ਕੇ ਸਹਿਤ ਵਿਸਾਲਾ। ਹੁਣ ਇਹ ਸਰੋਵਰ ਬੜੀ ਭਾਰੀ ਮਹਿਮਾ ਦੇ ਨਾਲ ਜਾਣਿਆ ਜਾਵੇਗਾ, ਬੜੀ ਵਡਿਆਈ ਹੋਵੇਗੀ। ਵਿਦਤਾਵੋ ਸਿਰ ਜੋ ਸ਼ੁਭ ਤਾਲਾ। ਇਹਨੂੰ ਵਿਦਤਾਓ, ਪ੍ਰਗਟ ਕਰੋ ਚੰਗੀ ਭਲੀ ਪ੍ਰਕਾਰ ਇਸ ਸਰੋਵਰ ਨੂੰ ਸੰਸਾਰ ਦੇ ਵਿੱਚ ਜਾਣਾ ਦਿਓ ਤੇ ਸੇਵਾ ਕਰਵਾਓ। ਸ੍ਰੀ ਅੰਮ੍ਰਿਤਸਰ ਧਰਿਐ ਨਾਮੁ। ਇਸ ਸਰੋਵਰ ਦਾ ਨਾਮ ਸ੍ਰੀ ਅੰਮ੍ਰਿਤਸਰ ਰੱਖਣਾ ਇਹ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਾਧ ਸੰਗਤ ਜੀ ਧਿਆਨ ਮਗਨ ਹੋਇਆਂ ਨੂੰ ਦਰਸ਼ਨ ਦੇ ਕੇ ਫਰਮਾਇਆ। ਚੌ ਦਿਸ਼ ਮੈਂ ਸੋਪਾਨ ਅਬਰਾਮ। ਚਾਰ ਚਫੇਰੇ ਚੰਗੀ ਭਲੀ ਪ੍ਰਕਾਰ ਦੇ ਨਾਲ ਇਹਨੂੰ ਚਕੋਣਾ ਬਣਾ ਕੇ ਤੇ ਪੱਕਾ ਕਰਨਾ। ਰਾਮਦਾਸਪੁਰ ਰਾਮਦਾਸ ਸਰ। ਰਾਮਦਾਸਪੁਰ ਰਾਮਦਾਸ ਸਰ। ਸ੍ਰੀ ਰਾਮਦਾਸਪੁਰ ਹੋਵੇ ਨਗਰ ਦਾ ਨਾਮ ਤੇ ਸਰੋਵਰ ਦਾ ਇਸ ਦਾ ਨਾਮ ਸ੍ਰੀ ਰਾਮਦਾਸ ਸਰ। ਪਹਿਲਾਂ ਰਾਮਦਾਸ ਸਰ, ਫਿਰ ਅੰਮ੍ਰਿਤਸਰ। ਇਸ ਤਰ੍ਹਾਂ ਦੋਵੇਂ ਨਾਂ ਹੀ ਗੁਰਬਾਣੀ ਦੇ ਵਿੱਚ ਵੀ ਆਏ ਹਨ। ਸੋ ਸਾਧ ਸੰਗਤ ਜੀ, ਇਹ ਦੋਵੇਂ ਹੀ ਨਾਂ ਸ੍ਰੀ ਅੰਮ੍ਰਿਤ ਸਰੋਵਰ ਦੇ ਹਨ। ਇਹ ਵੀ ਨਾਮ ਕਹਿ ਨਰ ਨਾਰੀ। ਇਹ ਵੀ ਮਨੁੱਖਾਂ ਦੇ ਵਿੱਚ, ਸੰਗਤਾਂ ਦੇ ਵਿੱਚ ਨਾਮ ਪ੍ਰਚਲਿਤ ਹਨ ਦੋਵੇਂ। ਜਨਨੀ ਪਿਤ ਗੁਰ ਕੋ ਔਰ ਹੇਰਾ। ਮਾਤਾ ਜੀ ਦੇ ਪਿਤਾ ਸਤਿਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਧਿਆਨ ਮਗਨ ਹੋਇਆਂ ਪੰਜਵੇਂ ਪਾਤਸ਼ਾਹ ਨੇ ਨਮੋ ਕਰਤ ਪੇ ਹਰਿਕ ਬਡੇਰਾ। ਬੜੇ ਪ੍ਰੇਮ ਸਹਿਤ ਜਿੱਤੇ ਨਮਸਕਾਰ ਕੀਤੀ ਤੇ ਬਚਨ ਸੁਣੇ, ਬੜੇ ਪ੍ਰਸੰਨ ਹੋਏ। ਸ੍ਰੀ ਅਰਜਨ ਗੁਰ ਅੰਤਰ ਜਾਮੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਅੰਦਰ ਦੀਆਂ ਬੁੱਝਣ ਵਾਲੇ ਮੇਰੇ ਸਤਿਗੁਰੂ। ਮਿਸ ਕਰ ਵਿਦਤਾਵਤ ਥਲ ਸੁਆਮੀ। ਮੇਰੇ ਪਾਤਸ਼ਾਹ ਜੀ ਨੇ ਰਾਤ, ਕਿਉਂਕਿ ਸ਼ਾਮਾਂ ਪੈ ਗਈਆਂ ਸਨ, ਤਾਂ ਸ਼ਾਮਾਂ ਤਾਂ ਇੱਥੇ ਬਤੀਤ ਕੀਤੀਆਂ ਹਨ। ਉਸ ਵੇਲੇ ਵੈਰ ਮੁਖੀ ਬ੍ਰਿਤ ਨਯਨ ਉਗਾਰੇ। ਮੇਰੇ ਹਜੂਰ ਨੇ ਫਿਰ ਨੇਤਰ ਖੋਲੇ ਨੇ। ਇਹ ਸਾਰਾ ਕਾਰਜ ਇਹ ਸਤਿਗੁਰੂ ਅਮਰਦਾਸ ਜੀ ਦੇ ਦੀਦਾਰ ਦਰਸ਼ਨ ਧਿਆਨ ਮਗਨ ਹੋਇਆਂ ਨੂੰ ਇਸ ਤੋਂ ਬਾਅਦ ਨੇਤਰ ਖੋਲ ਕੇ ਮਨੋ ਕਮਲ ਦਲ ਭੇ ਪੁਨ ਸਾਰੇ। ਮਾਨੋ ਕਿ ਕਮਲ ਦੇ ਫੁੱਲ ਦੀਆਂ ਪੰਖੁੜੀਆਂ ਖਿੜ ਗਈਆਂ ਹਨ। ਪਰਮ ਪ੍ਰਸੀਦ ਬਖਾਨਿਓ ਤੇ ਸੋ। ਬੜੇ ਪ੍ਰਸੰਨ ਹੋ ਕੇ ਦਇਆ ਦੇ ਘਰ ਵਿੱਚ ਆ ਕੇ ਸਤਿਗੁਰਾਂ ਨੇ ਫਰਮਾਇਆ, ਸਰਬ ਸੰਦੇਹ ਦੂਰ ਕਰ ਹੈ ਸੋ। ਹੇ ਧੀਏ, ਹੇ ਬੀਬੀ ਰਜਨੀ, ਤੂੰ ਆਪਣੇ ਮਨ ਦੇ ਸੰਦੇਹ ਦੂਰ ਕਰ ਦੇ। ਜਿਹੜੇ ਸ਼ੱਕ ਨੇ ਨਾ ਤੇਰੇ ਮਨ ਵਿੱਚ, ਇਹ ਮੇਰਾ ਪਤੀ ਨਹੀਂ, ਪਤਾ ਨਹੀਂ ਇਹ ਕੌਣ ਹੈ, ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ ਲੱਗਦਾ ਹੈ, ਆਪ ਉਹਦੀ ਥਾਂ ਬਹਿ ਗਿਆ ਹੈ, ਮੈਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਸਾਰੇ ਤੇਰੇ ਸੰਸ਼ੇ ਧੀਏ ਨਿਰਮੂਲ ਨੇ, ਇਹਨਾਂ ਸੰਸ਼ਿਆਂ ਨੂੰ ਮਿਟਾ ਦੇ, ਦੂਰ ਕਰ ਦੇ। ਨਿਸ਼ਚੈ ਇਹੀ ਤੌਰ ਭਰ ਤਾਰਾ। ਨਿਸ਼ਚਿਤ ਇਹੋ ਹੀ ਤੇਰਾ ਪ੍ਰਧਾਰ ਹੈ, ਇਹ ਤੇਰਾ ਪਤੀ ਹੈ, ਇਸ ਗੱਲ ਨੂੰ ਪੱਕੀ ਕਰਕੇ ਮੰਨ ਲੈ। ਕਹਿ ਕੀਨਸ ਹਮ ਪਰ ਉਪਕਾਰਾ। ਇਹ ਧੀਏ, ਤੂੰ ਸੰਗਤਾਂ ਤੇ ਬੜਾ ਭਾਰੀ ਜਗਤ ਤੇ ਪਰ ਉਪਕਾਰ ਕਰ ਦਿੱਤਾ ਹੈ, ਤੇਰੇ ਸਿਦਕ ਨੇ ਰੰਗ ਵਿਖਾ ਦਿੱਤਾ। ਚਿਰੰਕਾਲ ਕੇ ਚਾਹਤ ਐਸੇ। ਬੜਾ ਚਿਰ ਹੋ ਗਿਆ ਸੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਚਾਹਿਆ ਜਦੋਂ ਤੀਰਥ ਪਰਖਨ ਹੋਵੇਂ ਕੈਸੇ। ਇਸ ਤੀਰਥ ਨੂੰ ਪ੍ਰਗਟ ਕਰਨਾ ਚਾਹਿਆ ਤੇ ਮਹਾਰਾਜ ਨੇ ਸਰੋਵਰ ਦਾ ਟੱਕ ਲਵਾਇਆ। ਫਿਰ ਅਸੀਂ ਚਾਹੁੰਦੇ ਸਾਂ ਪ੍ਰਗਟ ਕਰੀਏ, ਪਰ ਸਤਿਗੁਰਾਂ ਦਾ ਹੁਕਮ ਸੀ ਕਿ ਕੋਈ ਬਿਧ ਬਣੇਗੀ ਤੇ ਸਰੋਵਰ ਪ੍ਰਗਟ ਹੋਵੇਗਾ। ਉਹ ਬਿਧ ਧੀਏ ਤੇਰੇ ਸਿਦਕ ਕਰਕੇ ਬਣ ਗਈ ਤੇ ਤੀਰਥ ਗੁਰੂ ਕਾ ਪ੍ਰਗਟ ਹੋ ਗਿਆ। ਸ੍ਰੀ ਗੁਰ ਰਾਮਦਾਸ ਬਚ ਕਹੇ ਹੋ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਬਚਨ ਆਖਿਆ ਸੀ, ਕਉਆ ਨਾਏ ਹੰਸ ਜੈ ਲਹਿਓ। ਕਿ ਸਤਿਗੁਰੂ ਕੀ ਸੰਗਤ ਐਸਾ ਸਰੋਵਰ ਹੈ, गुरु का तीर्थ ऐसा सरोवर है कि जिते स्नान करके
ਜੋ ਖੋਟੀ ਮਤ ਵਾਲੇ ਕਾਂ ਸਰੂਪ ਹਨ, ਉਹ ਵੀ ਨਹਾ ਕੇ ਹੰਸ ਹੋ ਜਾਂਦੇ। ਓ ਸ੍ਰੀ ਅੰਮ੍ਰਿਤਸਰ ਜੀ ਜਾਨੋ, ਉਹ ਸ੍ਰੀ ਅੰਮ੍ਰਿਤਸਰ ਜੀ ਦਾ ਤੀਰਥੀ ਜਾਣੋ, ਜਿੱਥੇ ਇਸ਼ਨਾਨ ਕਰਕੇ ਖੋਟੇ ਵੀ ਖਰੇ ਹੋ ਜਾਂਦੇ, ਜਿੱਥੇ ਕਾਂ ਵੀ ਹੰਸ ਬਣ ਜਾਂਦੇ। ਏਮ ਪਰਖਨ ਤਿਸ ਥਲ ਕੋ ਮਾਨੋ, ਇਹ ਐਸਾ ਜਿਹੜਾ ਅਸਥਾਨ ਹੈ ਨਾ, ਉਹਦੀ ਮਾਨੋ ਕਿ ਸੰਗਤਾਂ ਦੇ ਵਿੱਚ ਤੁਸਾਂ ਪਰਖ ਕਰਕੇ ਵਿਖਾ ਦਿੱਤੀ। ਤੁਮ ਬਿਰਤਾਂਤ ਤੇ ਨਿਸ਼ਚੈ ਭਈਉ, ਇਹ ਜਿਹੜਾ ਬਿਰਤਾਂਤ ਤੇਰੇ ਵਾਲਾ ਧੀਏ ਹੋਇਆ ਹੈ ਬੀਬੀ ਰਜਨੀ, ਇਸ ਬਿਰਤਾਂਤ ਨੇ ਸੰਗਤਾਂ ਦੇ ਮਨਾਂ ਵਿੱਚ ਨਿਸ਼ਚਾ ਕਰ ਦਿੱਤਾ, ਭਰੋਸਾ ਪੱਕਾ ਕਰ ਦਿੱਤਾ। ਜਗਤ ਨਰਨ ਕੋ ਸੰਸੈ ਗਇਉ, ਜਿਨ੍ਹਾਂ ਦੇ ਮਨਾਂ ਵਿੱਚ ਸ਼ਾਇਦ ਕੋਈ ਸੰਸਾ ਹੋਵੇਗਾ, ਉਹ ਸਾਰੇ ਸੰਸੇ ਦੂਰ ਕਰ ਦਿੱਤੇ ਨੇ ਤੇਰੀ ਇਸ ਵਾਰਤਾ ਨੇ। ਸ੍ਰੀ ਮੁਖ ਵਾਕ, ਇਹ ਸਤਿਗੁਰੂ ਜੀ ਦਾ ਸ੍ਰੀ ਮੁਖ ਵਾਕ ਹੈ। ਗੂਜਰੀ ਰਾਗ ਦੇ ਅੰਦਰੋਂ ਸਾਧ ਸੰਗਤ ਜੀ ਚੌਪ ਦਾ ਸ਼ਬਦ ਹੈ। ਮਹੱਲਾ ਚੌਥਾ। ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅੰਮ੍ਰਿਤ ਬਚਨ ਦੇ ਵਿੱਚੋਂ ਇੱਕ ਤੁਕ ਕਵੀ ਜੀ ਇੱਥੇ ਦੱਸਦੇ ਹਨ ਸਾਨੂੰ ਪ੍ਰਮਾਣ ਲਈ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤਾ ਕਉਆ ਹੰਸ ਹੋ ਹੈ। ਸ੍ਰੀ ਅੰਮ੍ਰਿਤਸਰ ਜੋ ਸਤਿਗੁਰੂ ਜੀ ਦਾ ਤੀਰਥ ਹੈ, ਆਤਮਿਕ ਤੀਰਥ ਹੈ, ਇੱਥੇ ਨਹਾ ਕਰਕੇ ਜੋ ਕਾਂ ਬਿਰਤੀ ਹੈ ਉਹ ਵੀ ਹੰਸ ਹੋ ਜਾਂਦਾ। ਇਹ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਬਾਣੀ ਦੇ ਵਿੱਚ ਜੋ ਗਵਾਹੀ ਦਿੱਤੀ, ਉਹ ਪ੍ਰਤੱਖ ਵੀ। ਕਿੰਨੇ ਕੋੜੇ ਰਾਜੀ ਹੋਏ, ਕਿੰਨੇ ਪਿੰਗਲੇ ਰਾਜੀ ਹੋਏ, ਕਿੰਨੇ ਸਾਧ ਸੰਗਤ ਜੀ ਕੈਂਸਰ ਦੇ ਮਰੀਜ਼ ਰਾਜੀ ਹੋਏ, ਕਿੰਨੇ ਅਪਾਹਜਾਂ ਨੂੰ ਇਸੇ ਅਸਥਾਨ ਤੋਂ ਸਤਿਗੁਰਾਂ ਨੇ ਤੰਦਰੁਸਤੀ ਦਿੱਤੀ। ਪਰ ਮੈਂ ਬੇਨਤੀ ਕਰਾਂ, ਇਹ ਬੜੀਆਂ ਛੋਟੀਆਂ ਗੱਲਾਂ ਜੇ, ਇਹ ਬਹੁਤੀਆਂ ਵੱਡੀਆਂ ਗੱਲਾਂ ਗੁਰੂ ਨਾਨਕ ਦੇ ਘਰ ਵਾਸਤੇ ਨਹੀਂ ਹਨ। ਜਿਵੇਂ ਆਮ ਗਰੀਬ ਬੰਦੇ ਲਈ 1000 2000 ਦਾ ਨੋਟ ਲੱਭ ਜਾਏ ਤੇ ਵੱਡੀ ਗੱਲ ਹੈ ਨਾ, ਤੇ ਜਿਹਦੀ ਰੋਜ਼ ਦੀ ਆਮਦਨ ਲੱਖਾਂ 'ਚ ਹੋਵੇ, ਉਹਦੇ ਲਈ 1000 2000 ਦਾ ਨੋਟ ਡਿੱਗਾ ਹੋਵੇ, ਉਹ ਕੀ ਜਾਣਦਾ ਹੈ ਉਹਨੂੰ, ਉਹਦੇ ਲਈ ਤਾਂ ਮਾਮੂਲੀ ਹੈ। ਜਿਹੜੇ ਅਸੀਂ ਗਰੀਬ ਸਰੀਰ ਦੇ ਤਲ ਤੇ ਖਲੋਤੇ ਆ, ਸਾਡੇ ਲਈ ਇਹੋ ਹੀ ਵੱਡੀਆਂ ਗੱਲਾਂ ਨੇ ਵੀ ਤੰਦਰੁਸਤੀ ਮਿਲ ਗਈ, ਗੁਰੂ ਘਰੋਂ ਕਾਰੋਬਾਰ ਚੱਲ ਪਿਆ, ਸਾਨੂੰ ਦੁੱਧ ਪੁੱਤ ਦੀ ਦਾਤ ਮਿਲ ਗਈ। ਤੇ ਜਿਹੜੇ ਆਤਮਿਕ ਜੀਵਨ ਦੇ ਤਲ ਤੇ ਖਲੋਤੇ ਨੇ, ਉਹਨਾਂ ਲਈ ਇਹ ਚੀਜ਼ਾਂ ਦਾ ਕੋਈ ਮੁੱਲ ਨਹੀਂ। ਉਹ ਸਾਧ ਸੰਗਤ ਜੀ ਅੰਦਰ ਦੀ ਖੇਡ ਦੇ ਉੱਤੇ ਨੇ, ਸਾਰੇ ਅੰਦਰ ਦੀ ਖੇਡ ਚੱਲ ਰਹੀ ਹੈ ਜਿਹੜੀ, ਉਹਦੇ ਉੱਤੇ ਸਾਰਾ ਧਿਆਨ ਧਰੀ ਬੈਠੇ ਨੇ। ਤੇ ਉਹ ਕਹਿੰਦੇ ਨੇ, ਦਾਤਾ ਅੰਦਰ ਦੀ ਜਿਹੜੀ ਬਿਰਤੀ ਹੈ ਨਾ, ਜਿਹੜੇ 5 ਚੋਰ ਲੁੱਟਦੇ ਨੇ ਨਿੱਤਾ ਪ੍ਰਤੀ, ਇਹਨਾਂ ਕੋਲੋਂ ਕਿਰਪਾ ਕਰਕੇ ਸਾਨੂੰ ਬਚਾਓ। ਇਹ ਅੰਦਰ ਵਾਲੇ ਜਿਹੜਾ ਮਨ ਹੈ ਨਾ, ਕਾਂ ਬਿਰਤੀ ਹੋਇਆ, ਇਹਨੂੰ ਕਿਰਪਾ ਕਰਕੇ ਹੰਸ ਬਿਰਤੀ ਕਰ ਦਿਓ। ਅਬ ਤੁਮ ਨਿਸਾ ਗ੍ਰਾਮ ਮੈਂ ਚਲੋ, ਹਜੂਰ ਨੇ ਆਖਿਆ, ਹੇ ਮੇਰੀਏ ਧੀਏ, ਮੇਰਿਆ ਬੱਚਿਆ, ਹੁਣ ਰਾਤ ਤੁਸੀਂ ਇੱਥੇ ਨਗਰ ਵਿੱਚ ਸ੍ਰੀ ਅੰਮ੍ਰਿਤਸਰ ਜੀ ਦੇ ਵਿੱਚ ਗੁਜ਼ਾਰੋ। ਔਰ ਭਏ ਹਮ ਸੰਗ ਲੈ ਚੱਲੋ, ਜਦੋਂ ਭੋਰ ਹੋਵੇਗੀ ਸਵੇਰ ਤਾਂ ਸਾਡੇ ਕੋਲ ਆਉਣਾ, ਸਾਡੇ ਨਾਲ ਨਾਲ ਚੱਲਣਾ। ਜਿੱਥੇ ਭਾਈ ਤੂੰ ਰਾਜੀ ਹੋਇਆ ਇਸ਼ਨਾਨ ਕਰਕੇ, ਸਾਰੀ ਸੰਗਤ ਦੇ ਸਾਹਮਣੇ ਉਸ ਜਗ੍ਹਾ ਨੂੰ ਸਾਡੇ ਲਈ ਪ੍ਰਗਟ ਕਰ, ਜਾ ਕੇ ਦੱਸ ਭਈ ਇੱਥੇ ਇਸ਼ਨਾਨ ਕਰਕੇ ਮੈਂ ਰਾਜੀ ਹੋ ਗਿਆ। ਪਾਵਨ ਥਾਨ ਜਨਾਮਨ ਕਰੀਐ, ਉਸ ਪਵਿੱਤਰ ਸਥਾਨ ਨੂੰ ਜਾਣਾਉਣਾ ਕਰ ਸਾਰੀ ਲੋਕਾਈ ਵਿੱਚ। ਤਰਵਰ ਬਦਰੀ ਤਰਵਰ ਤਰੀਐ, ਉਹ ਕਿਹੜੀ ਜਿਹੜੀ ਤਰਵਰ ਰੁੱਖ ਸੀ ਬਦਰੀ ਬੇਰੀ ਦਾ, ਜਿਹਦੇ ਪੁੰਜੇ ਤੂੰ ਬੈਠਾ ਸੈਂ, ਉਹ ਵੀ ਭਲੀ ਪ੍ਰਕਾਰ ਦਸੀ। ਸਿਮਰੋ ਸਤਨਾਮ ਲਿਵ ਲਾਏ, ਔਰ ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ, ਆਪਣੀ ਲਿਵ ਵਾਹਿਗੁਰੂ ਦੇ ਨਾਮ ਵਿੱਚ ਭਾਈ ਜੋੜੋ। ਕੱਲਾ ਤਨ ਕਰਕੇ ਰਾਜੀ ਨਹੀਂ ਹੋਣਾ, ਬਲਕਿ ਮਨ ਕਰਕੇ ਵੀ ਰਾਜੀ ਹੋਣਾ। ਅੱਛਾ, ਮਨ ਦੀ ਬਿਮਾਰੀ ਦੀ ਕੀ ਲੱਛਣ ਹੈ ਭਲਾ, ਵੀ ਮਨ ਬਿਮਾਰ ਹੈ? ਇਹਦਾ ਲੱਛਣ ਪਤਾ ਕੀ ਹੈ? ਆਪਣਾ ਕੋਈ ਬਹੁਤ ਨੇੜਲਾ ਹੋਵੇ, ਪਿਆਰ ਵਾਲਾ ਹੋਵੇ, ਅਚਾਨਕ ਉਹਨੂੰ ਅਣਕਿਆਸੀ ਕੋਈ ਤਰੱਕੀ ਮਿਲ ਜਾਏ ਤੇ ਮਨ ਵਿੱਚ ਜਲਨ ਜਿਹੀ ਹੁੰਦੀ ਕਿ ਨਹੀਂ ਹੁੰਦੀ? ਜੇ ਹੁੰਦੀ ਹੈ ਮਤਲਬ ਮਨ ਬਿਮਾਰ ਹੈ। ਰੋਜ਼ ਯਤਨ ਕਰਦਿਆਂ ਆ ਮਾੜੀਆਂ ਆਦਤਾਂ ਮੈਂ ਛੱਡਣੀਆਂ ਨੇ,
ਜੇ ਤਾਂ ਛੱਡ ਦਿੰਨੇ ਆ ਤਾਂ ਠੀਕ ਹੈ, ਜੇ ਨਹੀਂ ਛੁੱਟਦੀਆਂ ਤਾਂ ਮਨ ਬਿਮਾਰ ਹੈ। ਝੂਠ ਵੱਲ ਮਨ ਬਿਮਾਰ ਹੈ ਜੇ ਰੁਚਿਤ ਹੁੰਦਾ ਹੈ। ਜੇ ਜੀਭਾ ਦੇ ਚਸਕਿਆਂ ਮਗਰ ਔਰ ਨੇਤਰਾਂ ਦੁਆਰਾ ਪਰਾਏ ਧਨ ਵੱਲ ਹੀ ਦੌੜਦਾ ਹੈ। ਜੇ ਚੁਗਲੀ ਨਿੰਦਾ ਮਿੱਠੀ ਲੱਗਦੀ ਹੈ, ਜੇ ਬਾਣੀ ਪੜ੍ਹਦਿਆਂ ਤੇ ਪਰਉਪਕਾਰ ਕਰਦਿਆਂ ਮਨ ਉਚਾਟ ਹੋ ਜਾਂਦਾ, ਤੇ ਇਹਦਾ ਮਤਲਬ ਮਨ ਬਿਮਾਰ ਹੈ। ਮਨ ਰਾਜੀ ਹੋਣਾ ਜ਼ਿਆਦਾ ਜ਼ਰੂਰੀ ਹੈ। ਤਨ ਰਾਜੀ ਹੋ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਬਿਮਾਰ ਮਨ ਨੇ ਦੁਬਾਰਾ ਇਸ ਤਨ ਨੂੰ ਬਿਮਾਰ ਕਰ ਹੀ ਦੇਣਾ ਹੈ। ਤਨ ਰਾਜੀ ਵੀ ਹੋਵੇਗਾ ਨਾ, ਮਨ ਦੁਬਾਰਾ ਇਹਨੂੰ ਬਿਮਾਰ ਕਰੇਗਾ। ਇੱਕ ਵਾਰ ਨਹੀਂ, ਸੈਂਕੜੇ ਵਾਰ, ਹਜ਼ਾਰਾਂ ਵਾਰ। ਤੇ ਜੇ ਮਨ ਰਾਜੀ ਹੋ ਗਿਆ ਨਾ, ਫਿਰ ਤਨ ਦੀ ਬਿਮਾਰੀ ਦੀ ਪਰਵਾਹ ਹੀ ਕੋਈ ਨਹੀਂ। ਜਿਹਦਾ ਮਨ ਤਗੜਾ ਹੋ ਜਾਏ, ਉਹਨੂੰ ਤਨ ਦੀਆਂ ਬਿਮਾਰੀਆਂ ਕੁਛ ਨਹੀਂ ਕਰ ਸਕਦੀਆਂ, ਉੱਚਾ ਹੋ ਜਾਂਦਾ। ਇਸ ਕਰਕੇ ਮਨ ਕਰਕੇ ਰਾਜੀ ਹੋਣਾ, ਸਰਬ ਰੋਗ ਕਾ ਔਖਦ ਨਾਮ, ਇਹ ਦਵਾਈ ਲੈ ਕਰਕੇ ਜਨਮ ਮਰਨ ਦੁੱਖ ਤੇ ਛੁੱਟ ਜਾਏ। ਜੰਮਣ ਤੇ ਮਰਨ ਇਤਿਆਦਿਕ ਦੇ ਸਾਰੇ ਦੁੱਖ ਦਲਿੱਦਰ ਕਲੇਸ਼ ਆਦਿਕ ਛੁੱਟ ਜਾਂਦੇ, ਮਿਟ ਜਾਂਦੇ ਨਾਮ ਜਪ ਕੇ। ਲੈ ਕਰ ਗਏ ਜਾਮਨੀ ਬਸੇ। ਇਸ ਤਰ੍ਹਾਂ ਸਾਧ ਸੰਗਤ ਜੀ ਰਾਤ ਬਤੀਤ ਹੋ ਗਈ ਜਿਸ ਵੇਲੇ ਜਿਨ ਦਰਸ਼ਨ ਤੇ ਬਾਢ ਅਗ ਨਸੇ। ਜਿਨ੍ਹਾਂ ਦੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਵੱਡੇ ਪਾਪ ਨਾਸ ਹੋ ਜਾਂਦੇ ਨੇ। ਦੋਹਰਾ ਪ੍ਰਾਤ ਪਈ ਉਠ ਕੇ ਗੁਰੂ ਕਰੇ ਕਾ ਸੋਚ ਸ਼ੌਕੀਨ। ਸਤਿਗੁਰੂ ਜੀ ਅੰਮ੍ਰਿਤ ਵੇਲੇ 2:30 ਵਜੇ ਨਾਲ ਜਾਗੇ ਔਰ ਸੌਚਾਚਾਰ ਇਸ਼ਨਾਨ ਆਦਿਕ ਦੀ ਕਿਰਿਆ ਸਾਰੀ ਕਰਕੇ ਪਿਖ ਪ੍ਰਕਾਸ਼ ਚਿਤਵਤ ਹਿਰਦੈ ਸਰ ਸਿਰਜਨ ਹਿਤ ਦੀਨ। ਮੇਰੇ ਦਾਤਾ ਜੀ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਸਮਾਪਤੀ ਹੋਈ। ਜਦੋਂ ਸੂਰਜ ਚੜ੍ਹਦਾ ਤਾਂ ਚੜ੍ਹਦੇ ਸੂਰਜ ਨਾਲ ਅੰਮ੍ਰਿਤ ਵੇਲੇ ਦਾ ਦੀਵਾਨ ਸਮਾਪਤ ਹੋ ਜਾਂਦਾ। ਇਸ ਤਰ੍ਹਾਂ ਮੇਰੇ ਦਾਤਾ ਜੀ ਦਿਨ ਚੜ੍ਹਦਿਆਂ ਸਾਰ ਚਾਹੁੰਦੇ ਨੇ ਕਿ ਤੀਰਥ ਨੂੰ ਪ੍ਰਗਟ ਕੀਤਾ ਜਾਵੇ। ਚੋ ਭਾਈ ਸਿੱਖ ਪਠਿਓ ਦੰਪਤ ਬੁਲਵਾਏ। ਸਿੱਖ ਨੂੰ ਭੇਜ ਕੇ ਦੋਵਾਂ ਪਤੀ ਤੇ ਪਤਨੀ ਨੂੰ, ਬੀਬੀ ਰਜਨੀ ਨੂੰ ਬੁਲਾ ਲਿਆ। ਤਿਨ ਕੋ ਆਪਣੇ ਕਰ ਅਗਵਾਏ। ਉਹਨਾਂ ਨੂੰ ਆਪਣੇ ਅਗਵਾਏ ਅੱਗੇ ਲਾ ਲਿਆ, ਅੱਗੇ ਅੱਗੇ ਚੱਲੋ ਤੇ ਤੁਹਾਡੇ ਨਾਲ ਨਾਲ ਅਸੀਂ ਚੱਲਦੇ ਹਾਂ। ਲੈ ਕਰ ਸੰਗ ਨਰਨ ਕੀ ਭੀਰ। ਬਹੁਤ ਗੁਰੂ ਕੀ ਸੰਗਤ ਨਾਲ ਮਗਰ ਮਗਰ ਤੁਰਦੀ ਆਉਂਦੀ ਹੈ। ਗਮਨ ਕੀਨ ਸ੍ਰੀ ਅਰਜਨ ਧੀਰ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਧੀਰਜ ਦੇ ਦਾਤੇ ਮੇਰੇ ਸਤਿਗੁਰੂ ਜੀ ਅੰਮ੍ਰਿਤਸਰ ਸਰੋਵਰ ਵੱਲ ਚੱਲ ਪਏ। ਕਹਿਤ ਪਰਸ ਪਰ ਸੋ ਪਰ ਬੀਨ। ਪਿੱਛੇ ਸੰਗਤਾਂ ਆਪੋ ਵਿੱਚ ਦੀ ਗੱਲਾਂ ਕਰ ਰਹੀਆਂ ਹਨ। ਉਤਮ ਜੋਗੀ ਦਰਸ਼ਨ ਕੀਨ। ਕਹਿਣ ਲੱਗੇ ਪਹਿਲਾਂ ਤੇ ਜੋਗੀ ਦੇ ਦਰਸ਼ਨ ਹੋਏ, ਜਿਹੜਾ ਬਹੁਤ ਪੁਰਾਣਿਆਂ ਯੁੱਗਾਂ ਦਾ ਮੱਠ ਬਣਾ ਕੇ ਤੇ ਧਰਤੀ ਦੇ ਥੱਲੇ ਗੁਪਤ ਹੋਇਆ ਬੈਠਾ ਸੀ ਨਾ। ਪਹਿਲਾਂ ਤੇ ਗੁਰੂ ਅਰਜਨ ਦੇਵ ਜੀ ਨੇ ਉਹਦੇ ਦਰਸ਼ਨ ਕਰਵਾਏ ਸਾਨੂੰ। ਉਹ ਬੜਾ ਅਜਬ ਇੰਨਾ ਜ਼ਿਆਦਾ ਹੈਰਾਨ ਕਰਨ ਵਾਲਾ ਤਮਾਸ਼ਾ ਵੇਖਿਆ, ਜਿੱਦਾਂ ਦੀ ਕਦੇ ਗੱਲ ਸੁਣਦੇ ਸਾਂ ਨਾ ਪਹਿਲਾਂ ਜੋਗੀ ਸਵਾਸ ਚੜਾ ਲੈਂਦੇ ਨੇ, ਉਹ ਅੱਖੀਂ ਵੇਖ ਲੈਣਾ ਕੀਤਾ ਹੈ। ਅਮਨੀ ਅੰਤਰ ਮਠ ਮੈਂ ਬੈਸਾ। ਉਹ ਧਰਤੀ ਦੇ ਵਿੱਚ ਵੇਖੋ ਕਿੰਨਾ ਡੂੰਘਾ, ਨਾ ਖਾਣਾ ਨਾ ਪੀਣਾ, ਇਸ ਤਰ੍ਹਾਂ ਨਾ ਹੀ ਉਹਨੂੰ ਸਾਹ ਆਉਂਦਾ ਸੀ, ਕਿਸੇ ਬੰਨੇ ਉਹ ਧਰਤੀ ਉੱਤੋਂ ਬੰਦ ਸੀ, ਉਹਦੇ ਵਿੱਚ ਬੈਠਾ ਹੋਇਆ ਸੀ। ਆ ਚੱਲ ਥੇਰਿਓ ਹੋਏ ਕਾਸ਼ਟ ਜੈਸਾ। ਲੱਕੜ ਜਿਵੇਂ ਹੁੰਦੀ ਹੈ ਨਾ, ਸੁੱਕੀ ਲੱਕੜ, ਏਦਾਂ ਦਾ ਉਹਦਾ ਸਰੀਰ ਹੋ ਗਿਆ ਸੀ। ਲਗੀ ਸਮਾਦ ਚੜਾਏ ਪੌਣ। ਜਿਹਦੀ ਸਮਾਦ ਲੱਗੀ ਹੋਈ ਸੀ ਤੇ ਜਿਨੇ ਪੌਣ ਸਵਾਸ ਚੜਾਏ ਹੋਏ ਸਨ, ਆਪਣੇ ਭਾਵ ਸਵਾਸਾਂ ਦੀ ਕਿਰਿਆ ਨੂੰ ਰੋਕਿਆ ਹੋਇਆ ਸੀ। ਰੋਕਿਆ ਦਾ ਮਤਲਬ ਹੈ ਕਿ ਅਤਿਅੰਤ ਧੀਮਾ ਕੀਤਾ ਹੋਇਆ ਸੀ। ਸਮੋ ਨਾ ਜਾਣੈ ਵਰਤੈ ਕੌਣ। ਉਹਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਸਾਲ ਇਸੇ ਹਾਲਤ ਵਿੱਚ ਉਹਨੂੰ ਬੈਠਿਆਂ ਲੰਘ ਗਏ। ਐਸੇ ਪੁਰਖ ਪਿਖੇ ਨਿਸ਼ਪਾਪ। ਐਸਾ ਮਨੁੱਖ ਜਿਹਦੇ ਦਰਸ਼ਨ ਕਰਕੇ, ਵਾਰਤਾ ਸੁਣ ਕੇ, ਜਿਹਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਸੁਣ ਕੇ ਸਾਡੇ ਵੀ ਪਾਪ ਨਾਸ ਹੋ ਗਏ। ਭਾਵ ਸਾਨੂੰ ਨਾਮ ਜਪਣ ਵੱਲ ਉਮੰਗ ਲੱਗ ਗਈ।
ਸਿਮਰਨ ਕਰਨ ਵਾਲੀ ਸਾਡੀ ਬਿਰਤੀ ਬਣ ਗਈ। ਇਦਾਂ ਦਾ ਪ੍ਰਤੱਖ ਅੱਖਾਂ ਨਾਲ ਵੇਖ ਕੇ ਇਹ ਸਭ ਸ੍ਰੀ ਸਤਿਗੁਰੂ ਪ੍ਰਤਾਪ, ਇਹ ਸਾਰੀ ਗੁਰੂ ਅਰਜਨ ਦੇਵ ਜੀ ਦੀ ਹੀ ਕਿਰਪਾ ਹੈ ਭਾਈ। ਅਬ ਦੂਸਰ ਅਦਭੁਤ ਕੋ ਦੇਖੋ। ਇੱਕ ਹੋਰ ਅਦਭੁਤ ਇੱਕ ਹੋਰ ਤਮਾਸ਼ਾ ਆ ਸਾਹਮਣੇ ਵੇਖ ਲਿਆ ਹੈ। ਜਿਸ ਕੇ ਤਨ ਮੈਂ ਕਸ਼ਟ ਵਸੇਖੋ। ਆ ਜੀ ਦੇ ਤਨ ਦੇ ਵਿੱਚ ਬੜਾ ਭਾਰੀ ਕਸ਼ਟ ਸੀ। ਆ ਜਿਹੜਾ ਕੋੜੀ ਬਣਿਆ ਹੋਇਆ ਸੀ ਨੇ, ਤਨ ਦੇ ਵਿੱਚ ਬੜਾ ਭਾਰੀ ਬੜਾ ਵੱਡਾ ਕਸ਼ਟ ਸੀ, ਜਿਸ ਦੇ ਤਨ ਨੂੰ ਕਰ ਸ਼ਾਖਾ ਜਿਸ ਕੀ ਝਰ ਪਰੇ। ਜਿਸ ਦੇ ਹੱਥਾਂ ਦੇ ਸਾਧ ਸੰਗਤ ਜੀ ਉਂਗਲਾਂ ਤੇ ਪੈਰਾਂ ਦੀਆਂ ਉਂਗਲਾਂ ਮਾਨੋ ਗਲ ਕੇ ਝਾੜੀ ਗਈਆਂ ਸਨ। ਇਦਾਂ ਦਾ ਹਾਲ ਕੋੜੇ ਦਾ ਹੋ ਗਿਆ ਸੀ। ਜਲ ਇਸ਼ਨਾਨ ਤੇ ਤੈਸੇ ਕਰੇ। ਉਹਨੇ ਜਲ ਵਿੱਚ ਇਸ਼ਨਾਨ ਕੀਤਾ ਤੇ ਰਾਜੀ ਹੋ ਗਿਆ। ਇਸ ਥਲ ਕੋ ਚੱਲ ਕੇ ਪਿਖਲੇ ਹੋ। ਉਹ ਕਹਿੰਦੇ ਚਲੋ ਦੌੜੋ ਛੇਤੀ ਛੇਤੀ, ਆਪਾਂ ਵੀ ਉੱਤੇ ਚੱਲੀਏ ਜਿੱਥੇ ਕੋੜਾ ਰਾਜੀ ਹੋਇਆ। ਆਪਾਂ ਵੀ ਉਸ ਜਗ੍ਹਾ ਨੂੰ ਜਾ ਕੇ ਵੇਖਣਾ ਕਰੀਏ। ਜਿਹ ਕੋ ਮਹਾਤਮ ਇਹੋ। ਜਿਸ ਅਸਥਾਨ ਦਾ ਬੜਾ ਵੱਡਾ ਮਹਾਤਮ ਹੈ ਜੀ। ਐਮ ਕਹਿ ਚਿਤ ਮੈਂ ਚੋਪ ਤਰੰਤ। ਇਸ ਪ੍ਰਕਾਰ ਕਹਿ ਕੇ ਚਿੱਤ ਦੇ ਵਿੱਚ ਬੜਾ ਚਾਓ ਤੇ ਬੜੀ ਕਾਹਲੀ ਧਾਰਨ ਕਰਦੇ ਨੇ ਕਿ ਛੇਤੀ ਛੇਤੀ ਦੌੜ ਕੇ ਚੱਲੀਏ। ਅਦਭੁਤ ਅਬ ਲੋਕਤ ਬਿਸਮੰਤ। ਅਦਭੁਤ ਇਹ ਅਵਸਥਾ, ਇਹ ਕੌਤਕ, ਇਹ ਜਿਹੜੀ ਸਾਖੀ ਸੁਣ ਰਹੇ ਆ, ਸਾਰੀ ਬੜੀ ਹੈਰਾਨ ਕਰਨ ਵਾਲੀ ਘਟਨਾ ਹੈ, ਜਿਸ ਹਰ ਕੋਈ ਸੁਣਦਾ ਤੇ ਸੁਣ ਕੇ ਵੇਖਣਾ ਚਾਹੁੰਦਾ। ਦੰਪਤ ਸਭ ਤੇ ਚਲਤ ਅਗਾਰੇ। ਉਹ ਪਤੀ ਤੇ ਪਤਨੀ ਦੋਵੇਂ ਅੱਗੇ ਅੱਗੇ ਦੋਵੇਂ ਚੱਲਦੇ ਗਏ ਸਾਰਿਆਂ ਦੇ। ਸ੍ਰੀ ਅਰਜਨ ਗਮਨੇ ਉਪਕਾਰੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰ ਉਪਕਾਰੀ ਸਤਿਗੁਰੂ, ਤਿੰਨਾਂ ਦੇ ਨਾਲ ਨਾਲ ਸਾਰੀ ਸੰਗਤ ਚੱਲੀ ਜਾਵੇ। ਸੰਗ ਭੀਰ ਨਰ ਕੀ ਸਭ ਆਵੇਂ। ਬਹੁਤੀ ਜ਼ਿਆਦੀ ਭੀੜ ਹੋ ਗਈ ਮਨੁੱਖਾਂ ਦੀ, ਜਿਹੜੇ ਵੇਖਣਾ ਚਾਹੁੰਦੇ ਨੇ ਭਈ ਕਿੱਥੇ ਨਹਾ ਕੇ ਕਊਏ ਹੰਸ ਹੋ ਜਾਂਦੇ ਨੇ, ਕਿਤੇ ਨਹਾ ਕੇ ਪਿੰਗਲੇ ਕੋੜੇ ਰਾਜੀ ਹੋ ਜਾਂਦੇ ਹਨ। ਸਨ ਸਗਰੇ ਚੱਲ ਜਾਵੇਂ। ਸਾਧ ਸੰਗਤ ਜੀ, ਇਹ ਤੇ ਅੱਜ ਦੇ ਮਨੁੱਖ ਦੀ ਮੂਰਖ ਮੱਤ ਹੈ ਨਾ, ਵੀ ਸਰੋਵਰਾਂ ਨੂੰ ਰੱਦ ਕਰਨ ਤੇ ਹੋ ਗਿਆ। ਜੇ ਸਰੋਵਰਾਂ ਦੀ ਕਰਾਮਾਤ ਨਾ ਹੁੰਦੀ ਤੇ ਸਾਰਾ ਇਤਿਹਾਸ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਨੂੰ ਪੂਰਨ ਤੇ ਹੀ ਕੇਂਦਰਿਤ ਹੋਇਆ ਪਿਆ ਹੈ। ਚਾਹੇ ਸਾਧ ਸੰਗਤ ਜੀ ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਸੁਲਹੀ ਖਾਂ, ਫੇਰ ਅੱਗੇ ਚੱਲੀਏ ਤਾਂ ਲਗਾਤਾਰ ਹੀ ਕਦੇ ਅਬਦੁਲ ਸਮਾਦ ਖਾਂ, ਕਦੇ ਜ਼ਕਰੀਆ, ਕਦੇ ਨਾਦਰ ਸ਼ਾਹ, ਕਦੇ ਅਹਿਮਦ ਸ਼ਾਹ ਅਬਦਾਲੀ, ਕਦੇ ਮੀਰ ਮੰਨੂ, ਕਦੇ ਜਹੀਆ ਖਾਂ, ਲਖਪਤ ਰਾਏ ਵਰਗੇ। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਦੂਜੀ ਨੀਤੀ ਵਰਤੀ ਵੀ ਸਰੋਵਰ ਨੂੰ ਪੂਰੋ ਨਾ ਆਪਣੇ ਕਬਜ਼ੇ 'ਚ ਲੈ ਲਓ, ਆਪਣੇ ਬੰਦੇ ਉੱਤੇ ਬਹਾ ਕੇ ਤੇ ਕੰਟਰੋਲ ਆਪਣੇ ਹੱਥਾਂ 'ਚ ਲੈ ਲਓ। ਇਸ ਤਰ੍ਹਾਂ ਭਾਵੇਂ ਕੋਈ ਵੀ ਹਕੂਮਤ ਰਹੀ ਹੈ, ਉਹ ਸਰੋਵਰ ਦੇ ਦੁਆਲੇ ਰਹੀ ਹੈ, ਇਹਨੂੰ ਪੂਰ ਦਈਏ। ਹਾਂ, ਇੱਕ ਫਰਕ ਪੈ ਗਿਆ। ਪਹਿਲੇ ਹੁਕਮਰਾਨ ਮਿੱਟੀ ਨਾਲ ਭਰਦੇ ਸਨ ਤੇ ਮਾਡਰਨ ਹੁਕਮਰਾਨ ਮਿੱਟੀ ਨਾਲ ਸਰੋਵਰ ਨਹੀਂ ਪੂਰਦੇ। ਉਹ ਸਾਡੀ ਸੁਰਤ ਵਿੱਚ ਵਿਚਾਰਾਂ ਦੀ ਗੰਦਗੀ ਦੇ ਨਾਲ ਸਰੋਵਰ ਨੂੰ ਪੂਰ ਰਹੇ ਨੇ। ਆਖੋ ਸਤਨਾਮ। ਉਹ ਮਿੱਟੀ ਪਾ ਕੇ ਸਰੋਵਰ ਨਹੀਂ ਪੂਰਦੇ, ਉਹ ਕਹਿੰਦੇ ਨੇ ਵਿਚਾਰਾਂ ਦੀ ਗੰਦਗੀ ਪਾ ਕੇ ਇਹਨਾਂ ਦੀ ਸੁਰਤ ਵਿੱਚ ਸਰੋਵਰ ਪੂਰ ਦਿਓ। ਬਾਹਰ ਤਾਂ ਸਰੋਵਰ ਮੌਜੂਦ ਹੋਵੇ ਪਰ ਕੋਈ ਸਿੱਖ ਉਹਦੇ ਵਿੱਚ ਇਸ਼ਨਾਨ ਕਰਨ ਵਾਲਾ ਹੋਵੇ ਹੀ ਨਾ। ਸਿੱਖ ਵੀ ਹੋਣਗੇ ਪਰ ਉਹਨਾਂ 'ਚ ਸ਼ਰਧਾ ਨਹੀਂ ਹੋਵੇਗੀ, ਪ੍ਰੇਮ ਨਹੀਂ ਹੋਵੇਗਾ, ਭਰੋਸਾ ਨਹੀਂ ਹੋਵੇਗਾ, ਇਸ਼ਨਾਨ ਕਰਨ ਦੇ ਉੱਤੇ ਉਹਨਾਂ ਦਾ ਸਿਦਕ ਨਹੀਂ ਹੋਵੇਗਾ। ਐਸਾ ਹਾਲ ਸਾਧ ਸੰਗਤ ਜੀ ਬਣਾਉਣਾ ਲੋਚਦੇ। ਸਨ ਸਗਰੇ ਚੱਲ ਜਾਵੇਂ। ਇਸ ਤਰ੍ਹਾਂ ਚੱਲਦੇ ਚੱਲਦੇ ਸਾਰੇ ਪਹੁੰਚ ਗਏ ਜਦੋਂ। ਅਦਕ ਆਨੰਦਤ ਉਤ ਭਲ ਲੋਚਨ। ਸਾਰਿਆਂ ਦੇ ਨੇਤਰ ਐਨ ਚਮਕ ਰਹੇ ਨੇ ਦਰਸ਼ਨ ਕਰਨ ਲਈ ਤੇ ਸਾਰਿਆਂ ਦੇ ਮਨ ਵਿੱਚ ਬੜਾ ਆਨੰਦ ਹੈ। ਮੈਦ ਪ੍ਰਫੁੱਲਤ ਸੰਕਟ ਮੋਚਨ। ਸਤਿਗੁਰੂ ਗਰੀਬ ਨਿਵਾਜ ਜੀ ਸੰਕਟ ਦੂਰ ਕਰਨ ਵਾਲਾ ਇਹ ਤੀਰਥ ਰਚਨ ਲੱਗੇ ਨੇ। ਸਾਰਿਆਂ ਦਾ ਮਨ ਬੜਾ ਹੀ ਪ੍ਰਸੰਨ ਹੈ। ਨਰ ਨਾਰੀ
ਪਰਖਿਓ ਤਬ ਥਾਨ। ਨਰ ਨਾਰੀ ਜਿੰਨੇ ਮਨੁੱਖ ਨੇ, ਜਿੰਨੀਆਂ ਇਸਤਰੀਆਂ, ਸਾਧ ਸੰਗਤ ਜੀ ਸਾਰਿਆਂ ਨੂੰ ਉਤੇ ਉਸ ਅਸਥਾਨ ਵਿਖੇ ਹਾਜ਼ਰ ਹੋਇਆਂ ਨੂੰ ਇਹ ਚਾਅ ਚੜਿਆ ਹੈ ਵੀ ਅਸੀਂ ਉਹ ਥਾਂ ਵੇਖਣਾ ਹੈ ਜਿੱਤੇ ਜਿਤ ਨਾਤੇ ਕਊਆ ਹੰਸ ਹੋ ਹੈ। ਦੁਖ ਭੰਜਨ ਬਦਰੀ ਤਰ ਥਾਈ। ਜਿੱਤੇ ਖਾਲਸਾ ਜੀ ਅੱਜ ਦੁੱਖ ਭੰਜਣੀ ਬੇਰੀ ਹੈ, ਇਸ ਅਸਥਾਨ ਤੇ ਪਹੁੰਚ ਕੇ ਖਰੇ ਹੋਏ ਕਰ ਸੋ ਦਿਖ ਰਾਈ। ਹੱਥ ਜੋੜ ਕੇ ਇਸ ਪਿੰਗਲੇ ਨੇ ਇਸ਼ਾਰਾ ਕਰਕੇ ਵਿਖਾਇਆ, ਸ੍ਰੀ ਗੁਰ ਜਲ ਜੁਤ ਇਹ ਸ਼ੁਭ ਥਾਈ। ਇਹ ਸਤਿਗੁਰੂ ਆ ਜਿਹੜਾ ਟੋਭਾ ਹੈ ਨਾ ਜਲ ਭਰਿਆ ਹੋਇਆ ਇਸ ਵਿੱਚ, ਇਹਾਂ ਗਈ ਧਰ ਮਜਿਓ ਜਲ ਮੈਂ। ਇੱਥੇ ਮਹਾਰਾਜ ਜੀ ਮੈਂ ਇਸ਼ਨਾਨ ਕੀਤਾ ਸੀ ਇਹਦੇ ਵਿੱਚ ਵੜ ਕੇ। ਫਲ ਵਿਸਾਲ ਪ੍ਰਾਪਤ ਇਸ ਥਲ ਮੈਂ। ਇਹ ਬੜਾ ਭਾਰੀ ਫਲ ਮੈਨੂੰ ਪ੍ਰਾਪਤ ਹੋਇਆ ਤੰਦਰੁਸਤੀ ਦਾ। ਸ੍ਰੀ ਗੁਰ ਭੰਨਿਓ ਇਹੀ ਦੁਖ ਭੰਜਨ। ਸੱਚੇ ਪਾਤਸ਼ਾਹ ਜੀ ਨੇ ਆਖਿਆ ਦੁੱਖ ਭੰਜਨ ਹੈ, ਸਰੋਵਰ ਵੀ ਦੁੱਖ ਭੰਜਨ ਹੈ। ਖਾਲਸਾ ਜੀ ਜੇ ਕੋਈ ਕਵੇ ਵੀ ਬੇਰੀ ਸਾਹਿਬ ਦਾ ਨਾਮ ਹੀ ਦੁੱਖ ਭੰਜਨ ਹੈ, ਖਾਲਸਾ ਜੀ ਬੇਰੀ ਦਾ ਨਾਮ ਦੁੱਖ ਭੰਜਣੀ ਇਸ ਲਈ ਹੈ ਕਿਉਂਕਿ ਸਰੋਵਰ ਦੁੱਖਾਂ ਨੂੰ ਭੰਜਣ ਵਾਲਾ ਹੈ। ਇਹ ਧਿਆਨ ਦੇਣ ਵਾਲੀ ਬਾਤ ਹੈ। ਇਹ ਗੁਰੂ ਕਾ ਅੰਮ੍ਰਿਤ ਸਰੋਵਰ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਜਿਸ ਤੇ ਤੁਮ ਹੋਏ ਮਨ ਰੰਜਨ। ਜਿੱਤੇ ਜਾ ਕੇ ਭਾਈ ਤੂੰ ਆਪਣੇ ਮਨ ਨੂੰ ਤੰਦਰੁਸਤ ਕਰ ਲਿਆ, ਆਪਣੇ ਤਨ ਨੂੰ ਪ੍ਰਸੰਨ ਕਰ ਲਿਆ। ਇਸ ਅੰਮ੍ਰਿਤ ਮੈਂ ਮੱਜਨ ਕੀਨਾ। ਇਸ ਅੰਮ੍ਰਿਤ ਸਰੋਵਰ ਦੇ ਵਿੱਚ ਮੱਜਨ ਕੀਤਾ, ਇਸ਼ਨਾਨ ਕੀਤਾ। ਜਿਸ ਤੇ ਭਾਈ ਦੇਹ ਰੋਜਹੀਨਾ। ਜਿੱਤੇ ਦੇਹੀ ਦਾ ਸਾਰਾ ਹੀ ਦੁੱਖ ਕਲੇਸ਼ ਦੂਰ ਹੋ ਗਿਆ, ਮਿਟ ਗਿਆ। ਦੰਪਤ ਭਨਤ ਜੋਰ ਕਰ ਦੋ। ਦੋਵਾਂ ਜੀਆਂ ਨੇ, ਬੀਬੀ ਰਜਨੀ ਤੇ ਇਹਦੇ ਪਿੰਗਲੇ ਪਤੀ ਨੇ, ਜਿਹੜਾ ਹੁਣ ਤੰਦਰੁਸਤ ਹੋ ਗਿਆ ਹੈ, ਹੱਥ ਜੋੜ ਲਏ। ਸ੍ਰੀ ਸਤਿਗੁਰ ਜੀ ਹੈ ਇਹ ਸੋ। ਹੇ ਸ੍ਰੀ ਸਤਿਗੁਰੂ ਜੀ, ਸੱਚੇ ਪਾਤਸ਼ਾਹ ਜੀ ਆਪ ਜੀ ਸੱਚ ਕਹਿੰਦੇ ਹੋ। ਤਿੰਨ ਤੇ ਸੁਨਤ ਸਥਾਨ ਪ੍ਰਤਾਪ। ਇਸ ਤਰ੍ਹਾਂ ਸਾਰੀ ਸੰਗਤ ਨੇ ਇਹਨਾਂ ਦੇ ਮੂੰਹੋਂ ਇਸ ਸਥਾਨ ਦਾ ਮਹਾਤਮ ਪ੍ਰਤਾਪ ਸੁਣ ਲਿਆ। ਨਮੋ ਕੀਨ ਕਰ ਜੋਰੇ ਆਪ। ਨਮਸਕਾਰ ਕੀਤੀ ਤੇ ਦੋਵੇਂ ਹੱਥ ਪ੍ਰੇਮ ਨਾਲ ਜੋੜ ਲਏ। ਇਮ ਨਿਸਚੇ ਕਰ ਤੀਰਥ ਨੀਕੇ। ਇਸ ਤਰ੍ਹਾਂ ਇਸ ਤੀਰਥ ਨੂੰ ਨਿਸ਼ਚਾ ਕਰਕੇ ਜਾਣ ਲਿਆ, ਇਹ ਤੀਰਥ ਬੜਾ ਪਵਿੱਤਰ ਹੈ। ਪੂਰਨ ਭਏ ਮਨੋਰਥ ਜੀ ਕੇ। ਇਤੋਂ ਜੀ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਜੀ। ਨਰ ਪਰ ਕਿਰਤ ਕਿਰਤ ਸਮ ਭਏ ਪ੍ਰਸੰਨ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਰਨੀ ਹੈ। ਗੁਰੂ ਰਾਮਦਾਸ ਜੀ ਦੀ ਮਹਾਨ ਕਿਰਪਾ ਇਹ ਤੇ ਵਰਤਦੀ ਹੈ। ਸਦਾ ਸਰਬੱਗ ਗੁਰ ਧੰਨ ਧੰਨ। ਧੰਨ ਹਨ ਸਤਿਗੁਰੂ ਜੀ ਜੋ ਸਦਾ ਸਰਬੱਗ ਹਨ, ਜਾਣਨ ਵਾਲੇ ਨੇ, ਦੁੱਖ ਦੂਰ ਕਰਦੇ। ਬੇਨਤੀ ਕਰਾਂ, ਇਹ ਭੁਲੇਖਾ ਮਨ ਵਿੱਚ ਕਈ ਵਾਰਾਂ ਪਾ ਲੈਨੇ ਆ। ਸਾਧ ਸੰਗਤ ਜੀ ਦੁੱਖਾਂ ਦੇ ਦੂਰ ਕਰਤਾ ਸਤਿਗੁਰੂ ਹੈ। ਗੁਰੂ ਨੂੰ ਭਾਵੇ ਤੇ ਰੁਮਾਲ ਦੇ ਕੇ ਜ਼ਖਮ ਪੂੰਝ ਕੇ ਰਾਜੀ ਕਰ ਦਵੇ। ਗੁਰੂ ਨੂੰ ਭਾਵੇ ਸਿਰ ਤੇ ਹੱਥ ਧਰ ਕੇ ਰਾਜੀ ਕਰ ਦਵੇ। ਗੁਰੂ ਨੂੰ ਭਾਵੇ ਤੇ ਕਹਿਣਾ ਸਰੋਵਰ ਵਿੱਚ ਇਸ਼ਨਾਨ ਕਰ ਤੇ ਰਾਜੀ ਕਰ ਦੇਵੇ। ਜੇ ਗੁਰੂ ਨੂੰ ਭਾਵੇ ਤੇ ਮੇਰਾ ਸਤਿਗੁਰੂ ਦਵਾਈ ਦੇ ਕੇ ਰਾਜੀ ਕਰ ਦੇਵੇ। ਹੈ ਇਹ ਗੁਰੂ ਦੀ ਕਿਰਪਾ ਹੀ, ਪਰ ਇਹ ਗੁਰੂ ਦੀ ਮਰਜ਼ੀ ਹੈ ਵੀ ਕਿਵੇਂ ਰਾਜੀ ਕਰਨਾ। ਇਹ ਗੁਰੂ ਦੀ ਮਰਜ਼ੀ ਹੈ। ਇਹ ਗੁਰੂ ਕਾ ਸਰੋਵਰ ਗੁਰੂ ਦੀ ਕਿਰਪਾ ਦਾ ਚਿੰਨ੍ਹ ਹੈ, ਗੁਰੂ ਦੀ ਕਿਰਪਾ ਦਾ ਸਰੋਤ ਹੈ। ਸਰੋਵਰ ਦੇ ਵਿੱਚ ਆਪਣੀ ਕੋਈ ਸ਼ਕਤੀ ਨਹੀਂ। ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝਿਓ। ਸਰੋਵਰ ਦੀ ਆਪਣੀ ਕੋਈ ਸ਼ਕਤੀ ਨਹੀਂ। ਇਹ ਸਰੋਵਰ ਵਿੱਚ ਸ਼ਕਤੀ ਗੁਰੂ ਦੀ ਵਰਤਦੀ ਹੈ। ਆਪਾਂ ਕਿਸੇ ਸਥਾਨ ਤੇ ਜਾਂਦੇ ਆ, ਇਹ ਦਰਖਤ ਹੈ ਸਤਿਗੁਰਾਂ ਦਾ, ਇਹਦੀ ਆਪਣੀ ਕੋਈ ਤਾਕਤ ਨਹੀਂ। ਦਰਖਤ ਤਾਂ ਪਹਿਲਾਂ ਹੋਰ ਵੀ ਬੜੇ ਸਨ, ਜਿੱਧਰ ਸਤਿਗੁਰਾਂ ਨੇ ਬਚਨ ਕਰ ਦਿੱਤਾ ਉਹ ਬਰਕਤਾਂ ਵਾਲਾ ਹੋ ਗਿਆ। ਧਰਤੀ ਸਾਰੀ ਇੱਕੋ ਜਿਹੀ ਹੈ, ਜਿੱਤੇ ਮੇਰੇ ਦਾਤੇ ਦੇ ਚਰਨ ਪੈ ਗਏ ਉਹ ਵਿਸ਼ੇਸ਼ ਹੋ ਗਈ। ਖਾਲਸਾ ਜੀ ਮਨੁੱਖ ਸਾਰੇ ਇੱਕੋ ਜਿਹੇ, ਜਿਹਨੂੰ ਗੁਰੂ ਨੇ ਥਾਪੜਾ ਦੇ ਦਿੱਤਾ ਉਹ ਮਹਾਂਪੁਰਖ ਹੋ ਗਿਆ। ਇਸ ਕਰਕੇ ਲੋਹਾ ਤਾਂ ਲੋਹਾ ਹੀ ਹੈ। ਇੱਕ ਕਾਰੀਗਰ ਦੇ ਹੱਥ ਆਇਆ, ਕਾਰੀਗਰ ਨੇ ਆਪਣੀ ਕਾਰੀਗਰੀ ਉਹਦੇ ਤੇ ਲਾਈ ਤੇ ਉਹ ਕੀਮਤੀ ਹੋ ਗਿਆ।
ਬਾਕੀ ਲੋਹਾ ਲੋਹੇ ਦਾ ਉਦਾਂ ਹੀ ਪਿਆ ਰਹਿ ਗਿਆ। ਇੱਕ ਲੋਹੇ ਦਾ ਟੁਕੜਾ ਭਾਵੇਂ ਕੁਇੰਟਲ ਦਾ ਪੀਸ ਹੋਵੇ ਵੱਡਾ, ਉਹਦਾ ਮੁੱਲ ਤੋਲ ਕੇ ਪੈਣਾ ਹੈ। ਇੱਕ ਭਾਵੇਂ ਨਿੱਕਾ ਜਿਹਾ ਛਟਾਂਕੀ ਦਾ ਹੋਵੇ, ਉਹਦੇ ਤੇ ਕਾਰੀਗਰੀ ਹੋਈ ਹੈ, ਉਹਦਾ ਮੁੱਲ ਖਾਲਸਾ ਜੀ ਬੋਲੀਆਂ ਲੱਗ ਕੇ ਪੈ ਜਾਂਦਾ, ਕਰੋੜਾਂ ਵਿੱਚ ਚਲਾ ਜਾਂਦਾ। ਇਸ ਕਰਕੇ ਨਾ ਸਧਾਰਨ ਮਨੁੱਖੀ ਕੋਈ ਹੋਵੇ ਤੇ ਕਹਿੰਦੇ ਨੇ ਭਈ ਇਹ ਜਿਹੜਾ ਇਹ ਪਿੱਛੇ ਜਿਹੇ ਨਿਲਾਮੀ ਹੋਈ ਸੀ, ਬੀਬੀਆਂ ਝੁਮਕੇ ਨਹੀਂ ਪਾਉਂਦੀਆਂ ਕੰਨਾਂ ਵਿੱਚ, ਮਹਾਰਾਣੀ ਜਿੰਦਾਂ ਦੇ ਗਹਿਣੇ ਸਨ ਝੁਮਕੇ, ਨਿਲਾਮੀ ਹੋਈ, ਬਹੁਤ ਮਹਿੰਗੇ ਵਿਕ ਗਏ। ਇਸ ਲਈ ਕਿ ਉਹ ਸੋਨੇ ਦੇ ਨੇ? ਨਹੀਂ ਨਹੀਂ, ਸੋਨਾ ਤੇ ਵਾਧੂ ਦੁਨੀਆ ਵਿੱਚ, ਇਸ ਲਈ ਕਿ ਮਹਾਰਾਣੀ ਜਿੰਦਾਂ ਦੇ ਨੇ। ਤੇ ਉਹਨੂੰ ਵੱਧ ਕੀ ਲੱਗ ਗਿਆ? ਆਮ ਮਨੁੱਖਾਂ ਦੇ ਸਧਾਰਨ ਬੰਦਿਆਂ ਦੀਆਂ ਚੀਜ਼ਾਂ ਵਿਕ ਜਾਂਦੀਆਂ ਨੇ। ਕਿਸੇ ਖਿਡਾਰੀ ਨੇ ਖੇਡ ਦੇ ਦੌਰਾਨ ਜਿਹੜਾ ਬੈਟ ਬੱਲਾ ਵਰਤਿਆ ਹੋਵੇ, ਉਹਦੀ ਬੋਲੀ ਲੱਗ ਜਾਏ ਕਰੋੜਾਂ 'ਚ ਚਲੀ ਜਾਂਦੀ ਹੈ, ਉਹਨੂੰ ਲੋਕ ਮੜਾ ਕੇ ਰੱਖ ਲੈਂਦੇ ਨੇ। ਜਿੱਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ, ਮੇਰੇ ਸਤਿਗੁਰਾਂ ਦੇ ਬਚਨ ਹੋ ਗਏ, ਉਹ ਕਿੰਨੀ ਬਰਕਤ ਉਹਦੇ ਵਿੱਚ ਵਰਤਦੀ ਹੋਵੇ। ਸੋ ਮੇਰੇ ਹਜੂਰ ਸੱਚੇ ਪਾਤਸ਼ਾਹ ਦੀ ਇਹ ਰਹਿਮਤ ਹੈ ਜੀ। ਨਰ ਸਮਦਾਇਨ ਮੈਂ ਤਬ ਭੰਨਿਓ, ਸਾਰੇ ਲੋਕਾਂ ਦੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ। ਧਰੇ ਚੌਂਪ ਚਿਤ ਮੈਂ ਸਭ ਸੁਣਿਓ, ਸਾਰਿਆਂ ਨੇ ਬੜੇ ਚਾਅ ਨਾਲ ਇਹਨੂੰ ਪ੍ਰੇਮਾ ਭਾਵਨੀ ਨਾਲ ਸੁਣਨਾ ਕੀਤਾ। ਸਤਿਗੁਰ ਅਮਰਦਾਸ ਕੀ ਆਇਸ, ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਲੈ ਪਿਤ ਹਮਰੇ ਏਠਾਂ ਆਇਸ। ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਸਾਡੇ ਪਿਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਇਸ ਅਸਥਾਨ ਤੇ ਆਗਿਆ ਪਾ ਕੇ ਆਏ ਜਦੋਂ, ਪਾਵਨ ਤੀਰਥ ਕੋ ਬਿਦਤਾਮਨ, ਉਹਨਾਂ ਨੇ ਇਸ ਪਾਵਨ ਤੀਰਥ ਨੂੰ ਪ੍ਰਗਟ ਕਰਨਾ ਚਾਹਿਆ। ਲਾਏ ਬਰਿੰਦ ਨਰ ਕੀਨ ਖਨਾਵਨ, ਤੇ ਬਹੁਤ ਸੰਗਤਾਂ ਨੂੰ ਸੇਵਾ ਵਿੱਚ ਲਾ ਕੇ ਇਹ ਸਰੋਵਰ ਪਟਵਾਉਣਾ ਸ਼ੁਰੂ ਕੀਤਾ। ਨਹੀਂ ਸਪੂਰਨ ਕਾਰਜ ਹੋਵਾ, ਪਰ ਚੌਥੇ ਪਾਤਸ਼ਾਹ ਜੀ ਦੇ ਵੇਲੇ ਇਹ ਕਾਰਜ ਪੂਰਾ ਨਾ ਸੀ ਹੋਇਆ ਅਜੇ। ਗੋਇੰਦਵਾਲ ਜਾਏ ਗੁਰ ਜੋਵਾ, ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਜਦੋਂ ਚਲੇ ਗਏ, ਉਹਨ ਜਲ ਸੋਂ ਬਹਿ ਮ੍ਰਿਤਕਾ ਪਰੇ, ਇਧਰ ਮੀਂਹ ਦੇ ਨਾਲ ਮਿੱਟੀ ਘਲ ਘਲ ਕੇ ਸਰੋਵਰ ਦੇ ਵਿੱਚ ਪੈ ਗਈ। ਖਨੇ ਥਾਏ ਸੋ ਪੂਰਨ ਕਰੇ, ਉਹ ਜਿਹੜਾ ਸਥਾਨ ਖਨਿਆ ਸੀ ਉਹ ਵੀ ਲਗਭਗ ਪੂਰਿਆ ਜਿਹਾ ਹੀ ਗਿਆ। ਚਿੰਨ ਮਾਤਰ ਇਹ ਜਾਣਿਓ ਜਾਏ, ਬਸ ਨਿਸ਼ਾਨੀ ਜੀ ਮਾਤਰ ਹੀ ਜਾਣਿਆ ਜਾਣ ਲੱਗਾ ਵੀ ਇਹ ਉਹ ਸਰੋਵਰ ਹੈ। ਰਹੇ ਚਾਹੇ ਇਹ ਥਲ ਨਹਿ ਪਾਏ, ਮੇਰੇ ਸਤਿਗੁਰੂ ਜੀ ਚਾਹੁੰਦੇ ਕਿ ਇਹ ਥਲ ਮੁੜ ਪ੍ਰਗਟ ਹੋ ਜਾਵੇ ਜੋ ਲੋਕਾਂ ਦੀ ਨਜ਼ਰ ਵਿੱਚੋਂ ਓਝਲ ਹੋ ਗਿਆ ਸੀ। ਅਬ ਸਤਿਗੁਰ ਸਭ ਕਾਜ ਸਵਾਰੇ, ਹੁਣ ਸਤਿਗੁਰਾਂ ਨੇ ਆਪ ਹੀ ਸਾਰਾ ਕਾਰਜ ਸਾਧ ਸੰਗਤ ਜੀ ਸਵਾਰ ਦਿੱਤਾ ਹੈ। ਉਦਮ ਕਰੋ ਸਿੱਖ ਅਨਸਾਰੇ, ਇਹ ਸਾਰੇ ਗੁਰੂ ਕਿਉ ਪਿਆਰਿਓ, ਆਓ ਰਲ ਮਿਲ ਕੇ ਉਦਮ ਕਰਨਾ ਕਰੀਏ। ਧਨ ਤੇ ਤਨ ਤੇ ਮਨ ਤੇ ਬਚ ਤੇ, ਧਨ ਕਰਕੇ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ, ਤੀਰਥ ਕਾਰ ਕਰੈ ਲੈ ਸੱਚ ਤੇ, ਇਸ ਤੀਰਥ ਦੀ ਕਾਰ ਸੇਵਾ ਤਗੜੇ ਹੋ ਕੇ ਸਾਰੇ ਕਰੀਏ। ਜਿਹਦੇ ਕੋਲ ਧਨ ਹੈ ਭਾਈ ਉਹ ਧਨ ਭੇਟਾ ਕਰੋ, ਤੇ ਜਿਹੜਾ ਤਨ ਕਰਕੇ ਸਰੀਰ ਕਰਕੇ ਚੁੱਕ ਸਕਦਾ ਨਾ, ਉਹ ਸਰੀਰ ਕਰਕੇ ਟੋਕਰੀ ਚੁੱਕੋ ਦੇ ਕਈ ਫੜੋ। ਤੇ ਜਿਹੜਾ ਸਾਧ ਸੰਗਤ ਜੀ ਸਰੀਰ ਕਰਕੇ ਵੀ ਨਹੀਂ ਚੁੱਕ ਸਕਦਾ, ਉਹ ਇਹ ਤੇ ਸੰਗਤਾਂ ਨੂੰ ਲੰਗਰ ਵਰਤਾਓ, ਉਹ ਆ ਕੇ ਸੰਗਤਾਂ ਨੂੰ ਵਾਹਿਗੁਰੂ ਜਪਾਓ, ਜਾਂ ਫਿਰ ਆਪਣੇ ਆਪਣੇ ਇਲਾਕੇ ਵਿੱਚ ਪ੍ਰਚਾਰ ਕਰੋ ਸੇਵਾ ਲਈ, ਤਗੜਿਆਂ ਕਰਕੇ ਸਿੱਖਾਂ ਨੂੰ ਭੇਜੋ ਇੱਧਰ ਨੂੰ। ਇਸ ਤਰ੍ਹਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਬਚਨਾ ਕਰਕੇ ਸੇਵਾ ਕਰੋ ਸਾਰੇ। ਜਹ ਕਹਤੇ ਮਜੂਰ ਚੱਲ ਆਵੇਂ, ਦੂਰੋਂ ਦੂਰੋਂ ਮਜ਼ਦੂਰ ਚੱਲ ਚੱਲ ਕੇ ਆਉਂਦੇ, ਕਰੈ ਕਾਰ ਮਿਹਨਤ ਨਿਤ ਪਾਵੇਂ, ਹਰ ਕੋਈ ਕਾਰ ਸੇਵਾ ਦੇ ਵਿੱਚ ਬੜੀ ਰੀਝ ਦੇ ਨਾਲ ਆ ਕੇ ਹਾਜ਼ਰੀ ਭਰਦਾ। ਪੰਚਾਮ੍ਰਿਤ ਕਰਵਾਏ ਸੋ ਕਨੋ, ਪੰਚਾਮ੍ਰਿਤ ਕਰਵਾ ਕੇ ਭੇਟਾ ਕਰਕੇ ਗੁਰੂ ਕੇ ਸਿੱਖ ਅਰਦਾਸਾਂ ਕਰਵਾਉਂਦੇ। ਕਰ ਅਰਦਾਸ ਨਾਮ ਗੁਰ ਭਨੋ, ਮੇਰੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀਆਂ ਹੁੰਦੀਆਂ, ਫਿਰ ਸਮੁੱਚੀ ਅਰਦਾਸ ਗੁਰੂ ਜੀ ਆਪ ਕਰਦੇ ਔਰ ਦੇਗ ਵਰਤਦੀ ਸੰਗਤਾਂ ਵਿੱਚ। ਨਰ ਸਮਦਾਇਨ
ਮੈਂ ਵਰਤਾਇਓ। ਸਾਰੀ ਸੰਗਤ ਵਿੱਚ ਸਾਰਾ ਦਿਨ ਹੀ ਦੇਗ ਵਰਤਦੀ ਰਹਿੰਦੀ, ਖੁੱਲੀ ਦੇਗ ਵਰਤਦੀ। ਕਰਿਓ ਮਹੂਰਤ ਬਿਗਨ ਨਸਾਇਓ। ਬੜਾ ਭਾਰੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਬਹੁਤ ਸ਼ੁਭ ਸਮਾਂ ਬਣ ਗਿਆ ਕਿ ਜਦੋਂ ਸਤਿਗੁਰੂ ਜੀ ਸਾਰੀ ਸੰਗਤ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤ ਸਰੋਵਰ ਜੀ ਦੀ ਸੇਵਾ ਮੁੜ ਆਰੰਭ ਕਰਨ ਲੱਗੇ। ਤੀਖਨ ਖਨਨੀ ਲੈ ਕਰ ਹਾਥ। ਆਪ ਸਤਿਗੁਰੂ ਅਰਜਨ ਦੇਵ ਜੀ ਨੇ ਕਈ ਫੜ ਲਈ ਆਪਣੇ ਹੱਥਾਂ ਵਿੱਚ। ਮਿਰਤਕਾ ਖਨੀ ਪ੍ਰਥਮ ਗੌਰਨਾਥ। ਬੜੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪ ਕਈ ਆਪਣੇ ਕਰ ਕਮਲਾਂ 'ਚ ਲੈ ਕੇ ਟੱਕ ਲਾਇਆ। ਸਗਰੇ ਸਿੱਖ ਆਗਿਆ ਕੋ ਪਾਏ। ਸਾਰੇ ਸਿੱਖ ਸਤਿਗੁਰਾਂ ਦੀ ਆਗਿਆ ਪਾ ਕੇ ਲਗੇ ਸੇਵਕੋ ਚੌਂਪ ਉਪਾਏ। ਬੜੇ ਚਾਅ ਨਾਲ ਫਿਰ ਕਈਆਂ ਪਕੜ ਕੇ ਲੱਗ ਪਏ ਸੇਵਾ ਦੇ ਵਿੱਚ, ਟੋਕਰੀਆਂ ਫੜ ਲਈਆਂ। ਇਸ ਤਰ੍ਹਾਂ ਲੱਗ ਪਈ ਸਾਰੀ ਸੰਗਤ। ਕਿਨੋ ਕਿਨੋ ਟੋਕਰੀ ਸਿਰ ਪਰ ਧਰੀ। ਕਿੱਡੇ ਕਿੱਡੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਟੋਕਰੀਆਂ ਭਰ ਭਰ ਕੇ ਮਿੱਟੀ ਦੀਆਂ ਸਿਰ ਤੇ ਚੁੱਕ ਲਈਆਂ। ਬਹੁਤ ਭਾਰ ਹਾਥਨ ਸੋ ਭਰੀ। ਤੇ ਟੋਕਰੀਆਂ ਥੋੜੀਆਂ ਪੈ ਗਈਆਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਟੋਕਰੀਆਂ ਥੋੜੀਆਂ ਪੈ ਗਈਆਂ, ਕਈਆਂ ਥੋੜੀਆਂ ਪੈ ਗਈਆਂ। ਸੰਗਤ ਬਹੁਤੀ ਹੈ, ਕਈਆਂ ਥੋੜੀਆਂ, ਟੋਕਰੀਆਂ ਥੋੜੀਆਂ। ਇਹ ਸੰਗਤ ਨੇ ਕੀ ਕੀਤਾ, ਹੱਥਾਂ ਦੇ ਨਾਲ ਹੀ ਪੁੱਟ ਪੁੱਟ ਕੇ ਨਾ ਮਿੱਟੀ ਤੇ ਆਪਣੇ ਪਰਨਿਆਂ ਵਿੱਚ, ਝੋਲੀਆਂ ਵਿੱਚ, ਚਾਦਰਾਂ ਵਿੱਚ, ਜਿਹਦੇ ਕੋਲ ਉਹ ਵੀ ਨਾ ਹੋਵੇ ਉਹ ਬੁੱਕ ਭਰ ਭਰ ਕੇ ਮਿੱਟੀ ਕੱਢਣ ਲੱਗਾ। ਕੇਤਕ ਲੈ ਕਰ ਬਹਿਰ ਗਿਰਾਮ। ਇਸ ਤਰ੍ਹਾਂ ਬੁੱਕ ਭਰ ਭਰ ਕੇ ਮਿੱਟੀ ਸੁੱਟਣ ਲੱਗੇ ਕੱਢ ਕੇ ਬਾਹਰ। ਕੋ ਕਹਿ ਕਰ ਉਤਸ਼ਾਹ ਵਧਾਵੈ। ਇਸ ਤਰ੍ਹਾਂ ਕੋ ਕਹਿ ਕਰ ਉਤਸ਼ਾਹ ਵਧਾਵੈ। ਤੇ ਕੋਈ ਨਾਮ ਜਪਾਉਂਦਾ ਹੈ, ਸਤਨਾਮ ਵਾਹਿਗੁਰੂ ਜਪਾਉਂਦਾ ਹੈ। ਇਸ ਤਰ੍ਹਾਂ ਉਤਸ਼ਾਹ ਵਧਾਉਂਦਾ ਸੰਗਤਾਂ ਦਾ। ਅਤ ਆਨੰਦਤਾ ਉਰ ਮੈਂ ਹੋਈ। ਇਸ ਤਰ੍ਹਾਂ ਸੰਗਤ ਬੜੀ ਪ੍ਰਸੰਨ, ਬੜੀ ਆਨੰਦ ਹੈ। ਕਾਰ ਤਲਾਬ ਲੱਗੇ ਸਭ ਕੋਈ। ਸਾਰੀ ਸੰਗਤ, ਹਰ ਕੋਈ, ਸ਼ਹਿਰ ਦਾ ਨਿਵਾਸੀ, ਬਾਹਰੋਂ ਆਈਆਂ ਸੰਗਤਾਂ, ਦੂਰੋਂ ਦੂਰੋਂ ਆਏ, ਹਰ ਕੋਈ ਚਾਹੁੰਦਾ ਹੈ ਸਰੋਵਰ ਦੀ ਸੇਵਾ ਜ਼ਰੂਰ ਕਰਨੀ ਹੈ। ਆਪ ਖੜੇ ਹੋਏ ਸਭਨ ਮਝਾਰੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਸਾਰੀ ਸੰਗਤ ਦੇ ਵਿੱਚ ਖਲੋਤੇ ਹੋਏ ਨੇ। ਕਾਰ ਕਰਾਮੈ ਗੁਰ ਉਪਕਾਰੀ। ਇਸ ਤਰ੍ਹਾਂ ਪਰਉਪਕਾਰੀ ਮੇਰੇ ਸਤਿਗੁਰੂ ਸੇਵਾ ਕਰਵਾ ਰਹੇ ਨੇ ਸਰੋਵਰ ਦੀ। ਦੇਖਤ ਕਾਰ ਚੌਗੁਣੀ ਹੋਏ। ਤੇ ਵੇਂਦਿਆਂ ਵੇਂਦਿਆਂ ਹੀ ਥੋੜੇ ਕੁ ਦਿਨਾਂ ਦੇ ਵਿੱਚ ਹੀ ਇਹ 4 ਗੁਣਾ ਸੇਵਾ ਹੋ ਗਈ ਸਰੋਵਰ ਦੀ। ਜਿੰਨਾ ਕੁ ਪਹਿਲਾਂ ਪੁੱਟਿਆ ਸੀ ਨਾ, ਉਹਦੇ ਨਾਲੋਂ 4 ਗੁਣਾ ਵਧੇਰੇ ਪੁੱਟਿਆ ਗਿਆ। ਉਦਮ ਕਰੈ ਅਦਕ ਸਭ ਕੋਏ। ਤੇ ਸੰਗਤਾਂ ਹੋਰ ਉਦਮ ਕਰਦੀਆਂ ਨੇ ਬੜੇ ਚਾਅ ਦੇ ਵਿੱਚ ਵੀ ਸੇਵਾ ਦੇ ਹੋ ਚੱਲੀ ਆ ਸਾਰੀ। ਤੇ ਮੈਂ ਤੇ ਜੇ ਥੋੜੇ ਟੋਕਰੇ ਢੋਏ ਨੇ ਤੇ ਹੋਰ ਜੋਸ਼ ਚੜ੍ਹਦਾ। ਇਹ ਨਾ ਹੋਵੇ ਕਿਤੇ ਕਰਦਿਆਂ ਕਰਦਿਆਂ ਸੇਵਾ ਤੇ ਪਹਿਲਾਂ ਹੀ ਸਮਾਪਤੀ ਸਤਿਗੁਰੂ ਜੀ ਕਰ ਦੇਣ। ਸਗਰੇ ਕਾ ਦਿਨ ਮੈਂ ਕਾਰ ਕਰਾਂ ਮੈਂ। ਸਾਰਾ ਦਿਨ ਸਤਿਗੁਰੂ ਸੇਵਾ ਕਰਵਾਉਂਦੇ। ਸੰਧਿਆ ਗ੍ਰਾਮ ਵਿਖੇ ਚੱਲ ਜਾਵੇਂ। ਤੇ ਸੰਧਿਆ ਦੇ ਵੇਲੇ ਰਹਿਰਾਸ ਸਾਹਿਬ ਦਾ ਦੀਵਾਨ ਸੱਜਦਾ। ਹਜੂਰ ਫਿਰ ਆਪਣੇ ਘਰ ਚਲੇ ਜਾਂਦੇ। ਦੇਗ ਹੋਏ ਗੁਰ ਕੇ ਦਰਬਾਰ। ਅੰਮ੍ਰਿਤ ਵੇਲੇ ਤੋਂ ਸ਼ਾਮਾਂ ਤੱਕ ਹੀ ਦੇਗਾਂ ਵਰਤਦੀਆਂ ਰਹਿੰਦੀਆਂ। ਬਹੁਤ ਸਰਬ ਤਾਏ ਆਏ ਸਹਾਰਾ। ਇਸ ਤਰ੍ਹਾਂ ਹਰ ਕਿਸੇ ਨੂੰ ਖੁੱਲਾ ਭੋਜਨ ਛਕਣ ਲਈ ਮਿਲਿਆ ਕਰਦਾ। ਇੱਕ ਦਿਨ ਗੁਰ ਸੰਤੋਖ ਸਰ ਗਏ। ਇੱਕ ਦਿਨ ਸੱਚੇ ਪਾਤਸ਼ਾਹ ਜੀ ਇਥੋਂ ਫਿਰ ਸੰਤੋਖ ਸਰ ਜੀ ਦੀ ਸੇਵਾ ਵੇਖਣ ਚਲੇ ਗਏ। ਸਿੱਖ ਗਨ ਸੰਗ ਪਿਖਤ ਸਥਿਰ ਲਏ। ਵੇਖ ਕੇ ਉਤੇ ਸਿੱਖ ਬੜੇ ਪ੍ਰਸੰਨ ਸੱਚੇ ਪਾਤਸ਼ਾਹ ਜੀ ਨੂੰ ਹੋਏ। ਤਟ ਪਰ ਹੋਏ ਖਰੇ ਕਰ ਬਾਨੀ। ਇਸ ਤੇ ਮੇਰੇ ਦਾਤਾ ਜੀ ਮੇਰੇ ਹਜੂਰ ਖਲੋ ਕੇ ਬਾਣੀ ਪੜ੍ਹਦੇ। ਆਪ ਸਤਿਗੁਰੂ ਜੀ ਪਾਠ ਕਰ ਰਹੇ। ਇਸ ਕੀ ਮਹਿਮਾ ਹੋਏ ਮਹਾਨੀ। ਤੇ ਇਹ ਬਚਨ ਆਖੇ ਨੇ ਮੇਰੇ ਪਾਤਸ਼ਾਹ ਜੀ ਨੇ, ਇਸ ਸਰੋਵਰ ਦੀ ਬੜੀ ਭਾਰੀ ਮਹਿਮਾ ਹੋਵੇਗੀ। ਹੋਏ ਸੰਤੋਖ ਸਰਨ ਸਰਬ ਸਾਰਥ ਨਾਮ। ਇਹ ਸੰਤੋਖ ਸਰ ਦਾ ਨਾਮ ਸਕਾਰਥਾ ਹੋਵੇਗਾ। ਸੰਤੋਖ ਸਰ ਨਾਮ ਹੈ ਸਰੋਵਰ ਦਾ, ਇਹਦਾ ਨਾਮ ਸਕਾਰਥਾ ਹੋਵੇਗਾ। ਸਮਾ ਪਾਏ ਬਨ ਹੈ ਅਬਰਮ। ਬੜਾ ਵੱਡਾ ਸਰੋਵਰ ਬਣੇਗਾ ਔਰ 4 ਚਫੇਰੇ ਤੋਂ ਪੱਕਾ ਹੋਵੇਗਾ। ਸਮਾਂ ਪਾ ਕੇ, ਅਜੇ ਪੱਕਾ ਨਹੀਂ ਸੀ ਨਾ ਬਣਿਆ, ਇਹ ਸਮਾਂ ਪਾ ਕੇ ਹਜੂਰ ਨੇ ਕਿਹਾ ਪੱਕਾ ਹੋਵੇਗਾ। ਹੋਏ ਜੋ ਦਿਸ
ਪਾ ਕੇ ਚੌਕੁਨ। ਤੇ ਇਸ ਤਰ੍ਹਾਂ ਚਾਰ ਚਫੇਰੇ ਚੌਵਾਂ ਦਿਸ਼ਾਵਾਂ ਦੇ ਵਿੱਚ ਹੀ ਚਾਰ ਪਾਸੇ ਪੌੜੀਆਂ ਬਣ ਜਾਣਗੀਆਂ ਬੜੀਆਂ ਪੱਕੀਆਂ। ਇਸ ਮੈਂ ਮੱਝਾਂਗੇ ਨਰ ਜੋਨ। ਇਹ ਤੇ ਬਹੁਤ ਮਨੁੱਖ ਆ ਕੇ ਜਿਹੜੇ ਇਸ਼ਨਾਨ ਕਰਿਆ ਕਰਨਗੇ, ਸਤਨਾਮ ਸਿਮਰੈ ਗੁਰਬਾਣੀ। ਉਹ ਸਤਨਾਮ ਜਪਣਗੇ, ਗੁਰੂ ਕੀ ਬਾਣੀ ਪੜਿਆ ਕਰਨਗੇ। ਕਿਤਕ ਸਮੇਂ ਸੇਵੈ ਜੇ ਪ੍ਰਾਨੀ। ਜਿਹੜਾ ਥੋੜਾ ਸਮਾਂ ਵੀ ਆ ਕੇ ਸੇਵਾ ਕਰਿਆ ਕਰੇਗਾ ਇੱਥੇ, ਇਨਕੇ ਔਰ ਉਪਜੈ ਸੰਤੋਖ। ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਸੰਤੋਖ ਉਪਜਿਆ ਕਰੇਗਾ। ਉਹਨਾਂ ਦੇ ਹਿਰਦੇ ਵਿੱਚ ਸੁਖ ਸ਼ਾਂਤੀ ਟਿਕਾ ਆਵੇਗਾ। ਸਗਰੇ ਤਜੈ ਕਲੇਸ਼ ਸਰੋ ਦੇਵ ਦੋਖ। ਸਾਰੇ ਕਲੇਸ਼ ਮੁੱਕ ਜਾਣਗੇ, ਉਹਨਾਂ ਦੇ ਨੂੰ ਮੋਖ ਪ੍ਰਾਪਤ ਹੋਵੇਗਾ, ਮੁਕਤੀ ਮਿਲੇਗੀ। ਜਥਾ ਲਾਭ ਸੰਤੋਖ ਵਿਸਾਲਾ। ਜਿਹੋ ਜਿਹਾ ਸਾਧ ਸੰਗਤ ਜੀ ਲਾਭ ਘਾਟਾ ਇੱਕੋ ਜਿਹਾ ਹੋ ਜਾਏਗਾ, ਹਿਰਦੇ ਨੂੰ ਸੰਤੋਖ ਹੋ ਜਾਵੇਗਾ। ਐ ਮੁਖ ਜੇ ਸਦ ਗੁਣ ਜਾਲਾ। ਇਸ ਪ੍ਰਕਾਰ ਮੇਰੇ ਸਤਿਗੁਰੂ ਜੀ ਨੇ ਇਹ ਸੰਤੋਖ ਸਰ ਜੀ ਦੀ ਮਹਿਮਾ ਦੱਸੀ ਹੈ ਬੜੇ ਪ੍ਰੇਮ ਦੇ ਨਾਲ, ਤੇ ਨਾਲ ਆਖਿਆ ਕਿ ਭਾਈ ਸਾਰਿਆਂ ਗੁਣਾਂ ਦੇ ਵਿੱਚੋਂ ਜਿਵੇਂ ਸੰਤੋਖ ਦਾ ਗੁਣ ਮੁੱਖ ਹੈ, ਐਵੇਂ ਹੀ ਸਾਰੇ ਸਰੋਵਰਾਂ ਵਿੱਚੋਂ ਇਹ ਮੁਖੀ ਹੈ। ਪਾਏ ਸੁਖ ਸਿੱਖ ਸੁਖ ਲੈ ਸਦੀਵਾ। ਇਸ ਤਰ੍ਹਾਂ ਸੁਖ ਮਿਲੇਗਾ ਤੇ ਬੜਾ ਭਾਰੀ ਸੁਖ ਮਿਲੇਗਾ ਸਦੀਵ ਕਾਲ ਵਾਸਤੇ। ਮਹਾ ਮਹਾਤਮ ਤੀਰਥ ਥੀਵਾ। ਮਹਾ ਮਹਾਤਮ ਬੜਾ ਵੱਡਾ ਮਹਾਤਮ ਪ੍ਰਾਪਤ ਹੋਵੇਗਾ, ਬੜਾ ਵੱਡਾ ਤੀਰਥ ਇਹ ਪ੍ਰਗਟ ਹੋਵੇਗਾ। ਅਬ ਸ੍ਰੀ ਅੰਮ੍ਰਿਤਸਰ ਕੀ ਕਾਰ। ਹੁਣ ਇੱਧਰ ਸ੍ਰੀ ਅੰਮ੍ਰਿਤਸਰ ਜੀ ਦੇ ਸਰੋਵਰ ਦੀ ਸੇਵਾ। ਗੁਰ ਆਗਿਆ ਕੋ ਸਿਰ ਪਰ ਧਾਰ। ਸਤਿਗੁਰਾਂ ਜੀ ਦੀ ਆਗਿਆ ਨੂੰ ਸਿਰ ਮੱਤੇ ਧਾਰਨ ਕਰਕੇ ਗੁਰੂ ਕੇ ਪਿਆਰੇ ਕਰਵਾ ਮੈਂ ਪੂਰਬ ਖਨਵਾਏ। ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਇਤਿਆਦਿਕ ਕਰਵਾ ਰਹੇ ਨੇ, ਹੋਰ ਵੀ ਸਿੱਖਾਂ ਦਾ। ਹੁਣ ਅੱਗੇ ਜਾ ਕੇ ਫਿਰ ਵਰਣਨ ਆਵੇਗਾ। ਪਾਕ ਈਟਕਾਂ ਸੋ ਦਿਨ ਚਨਵਾਏ। ਸਾਧ ਸੰਗਤ ਜੀ ਇੱਟਾਂ ਦੇ ਆਵੇ ਲੱਗ ਰਹੇ ਨੇ, ਤੇ ਦਿਨੋਂ ਦਿਨ ਇੱਟਾਂ ਪੱਕਦੀਆਂ ਜਾ ਰਹੀਆਂ ਤੇ ਸਰੋਵਰ ਪੱਕਾ ਹੋਣਾ ਸ਼ੁਰੂ ਹੋਣ ਲੱਗਾ। ਹਰ ਮੰਦਰ ਸੁੰਦਰ ਸਿਰਜੈ। ਹੁਣ ਮੇਰੇ ਦਾਤਾ ਜੀ ਨੇ ਮਨ ਵਿੱਚ ਕਾਮਨਾ ਕੀਤੀ ਕਿ ਸਰੋਵਰ ਨੂੰ ਪੱਕਾ ਕਰਕੇ ਨਾ ਫੇਰ ਇਹਦੇ ਵਿਚਕਾਏ ਹਰਮੰਦਰ ਸਿਰਜਣਾ। ਗੁਰ ਦਰਬਾਰ ਸਦਾ ਜੈ ਹੈ। ਐਸਾ ਗੁਰੂ ਕਾ ਦਰਬਾਰ ਜਿੱਤੇ ਸਦਾ ਵਾਹਿਗੁਰੂ ਦੀ ਜੈ ਜੈਕਾਰ ਹੋਵੇਗੀ। ਇਮ ਕਹਿ ਸ੍ਰੀ ਗੁਰ ਕਿਰਪਾ ਨਿਧਾਨ। ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਦੇ ਖਜ਼ਾਨੇ ਚਿਤ ਮੈਂ ਚਹਿ ਬਨੈ ਸੋ ਪਾਨ। ਮਨ ਵਿੱਚ ਚਿਤਵਦੇ ਨੇ ਕਿ ਛੇਤੀ ਛੇਤੀ ਇਹ ਸਾਰੀ ਸੇਵਾ ਹੋ ਜਾਵੇ, ਛੇਤੀ ਇਹ ਕਾਰਜ ਮੁਕੰਮਲ ਕਰ ਦਈਏ। ਨਿਤ ਪ੍ਰਤ ਬੈਠੈ ਤਟ ਪਰ ਜਾਏ। ਨਿੱਤਾ ਪ੍ਰਤੀ ਆਪ ਸੇਵਾ ਦੀ ਨਿਗਰਾਨੀ ਕਰਦੇ ਤੇ ਆਪ ਹੱਥੀਂ ਸੇਵਾ ਵੀ ਕਰਿਆ ਕਰਦੇ। ਸੰਗਤ ਸਗਰੀ ਸੇਵ ਕਮਾਏ। ਸੰਗਤ ਸਾਰੀ ਬੜੀ ਭਾਰੀ ਸੇਵਾ ਕਮਾਇਆ ਕਰਦੀ। ਇਸ ਤਰ੍ਹਾਂ ਖੰਡ ਖੰਡ ਮ੍ਰਿਤਕਾ ਬਹਿਰ ਨਿਕਾਰ। ਪੁੱਟ ਪੁੱਟ ਕੇ ਮਿੱਟੀ ਬਾਹਰ ਕੱਢ ਰਹੀ ਹੈ ਗੁਰੂ ਕੀ ਸੰਗਤ। ਧਾਰ ਸ਼ਰਧਾ ਗੁਰ ਧਨ ਉਚਾਰੈ। ਬਹੁਤ ਸ਼ਰਧਾ ਧਾਰ ਧਾਰ ਕੇ ਸੱਚੇ ਪਾਤਸ਼ਾਹ ਜੀ ਨੂੰ ਧੰਨ 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 ਕਹਿੰਦੇ ਨੇ। ਇਸ ਤਰ੍ਹਾਂ ਖਾਲਸਾ ਜੀ ਇਹ ਸੇਵਾ ਦਾ ਜਿਹੜਾ ਪ੍ਰਸੰਗ ਹੈ ਇਹ ਤੇ ਕਵੀ ਜੀ ਨੇ ਵਿਸਰਾਮ ਦਿੱਤਾ। ਕੁਝ ਜ਼ਰੂਰੀ ਗੱਲਾਂ ਕਵੀ ਜੀ ਨੇ ਦਸੀਆਂ ਨੇ, ਕੁਝ ਛੰਦ ਰਹਿੰਦੇ ਨੇ, ਇਹ ਕੱਲ ਨੂੰ ਸ਼ਰਵਣ ਕਰਾਂਗੇ। ਫਿਰ ਅੱਗੋਂ ਗੁਰੂ ਕੇ ਸਿੱਖਾਂ ਦੇ ਪ੍ਰਸੰਗ ਆਉਣਗੇ, ਕਿਹੜੇ ਕਿਹੜੇ ਸਿੱਖਾਂ ਨੇ ਬਹੁਤਾ ਯੋਗਦਾਨ ਇਸ ਸੇਵਾ ਦੇ ਵਿੱਚ ਪਾਇਆ, ਉਹ ਪ੍ਰਸੰਗ